Hello everyone, good evening. Here is Manisha Tandon. Welcome back to our official YouTube channel Gills Mentor online e-learning platform. To get all recent notification right now, subscribe this channel and do not forget the press bell icon. ਗਾਇ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਡੇਲੀ ਤੁਹਾਡੇ ਲਈ ਕੰਪਿਊਟਰ ਕੋਰਸ ਲੈ ਕੇ ਆ ਰਹੇ ਹਾਂ ਠੀਕ ਹੈ। ਅੱਜ ਮੈਂ ਤੁਹਾਨੂੰ ਕਰਵਾਵਾਂਗੀ ਪੰਜਾਬ ਗਵਰਨਮੈਂਟ ਦੇ ਸਾਰੇ ਐਗਜ਼ਾਮ ਦੀ ਤਿਆਰੀ ਲਈ ਕੰਪਿਊਟਰ ਦੇ ਪ੍ਰੀਵੀਅਸ ਕੁਐਸਚਨ ਪੇਪਰਾਂ ਵਿੱਚੋਂ ਕੁਐਸਚਨ ਜੋ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਹੋਣਗੇ। ਅੱਜ ਦੇ ਲਾਈਵ ਸੈਸ਼ਨ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ ਤਾਂ ਕਿ ਵੀਡੀਓ ਹਰ ਇੱਕ ਸਟੂਡੈਂਟ ਤੱਕ ਪਹੁੰਚ ਸਕੇ ਤੇ ਇਸ ਨੂੰ ਜੁਆਇਨ ਕਰਕੇ ਫ੍ਰੀ ਵਿੱਚ ਤਿਆਰੀ ਕਰ ਸਕਣ। ਗਾਇ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ 50 ਕੁਐਸਚਨ ਜਿਹੜੇ ਨੇ ਕੰਪਲੀਟ ਕਰ ਚੁੱਕੇ ਹਾਂ। ਅੱਜ ਆਪਾਂ ਨੈਕਸਟ 25 ਕੁਐਸਚਨਸ ਕਰਾਂਗੇ ਠੀਕ ਹੈ। ਸਾਡੀ ਡੇਲੀ 25 ਕੁਐਸਚਨਾਂ ਦੀ MCQ ਸੀਰੀਜ਼ ਚੱਲ ਰਹੀ ਹੈ। ਆਪਾਂ ਟਾਰਗੇਟ ਰੱਖਿਆ ਹੋਇਆ ਕਿ ਆਪਾਂ 120 ਦਿਨਾਂ ਵਿੱਚ 2000 ਕੁਐਸਚਨ ਜਿਹੜੇ ਨੇ ਕੰਪਲੀਟ ਕਰ ਲੈਣੇ ਨੇ ਠੀਕ ਹੈ। ਤੇ ਆਪਾਂ ਜਿਹੜੇ ਨੇ ਸੈਸ਼ਨ ਇੱਦਾਂ ਦੇ ਲੈ ਕੇ ਆ ਰਹੇ ਹਾਂ ਜਿਹੜੇ ਕੁਐਸਚਨ ਬਾਰ-ਬਾਰ ਰਿਪੀਟ ਹੁੰਦੇ ਨੇ ਤੁਹਾਡੇ ਬਾਰ-ਬਾਰ ਪੇਪਰਾਂ ਵਿੱਚ, ਜਿਵੇਂ ਕਿ PSPCL, ਮਾਰਕਫੈਡ, PSSSV, FCI, SSC, ਪੰਜਾਬ ਪਟਵਾਰੀ, ਪੰਜਾਬ ਪੁਲਿਸ ਠੀਕ ਹੈ। ਜਿੰਨੇ ਵੀ ਸਟੇਟ ਲੈਵਲ ਦੇ ਪੇਪਰ ਹੁੰਦੇ ਨੇ ਉਹਨਾਂ ਵਿੱਚ ਬਾਰ-ਬਾਰ ਕੁਐਸਚਨ ਆਏ ਨੇ ਠੀਕ ਹੈ। ਉਹੀ ਕੁਐਸਚਨ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ। ਜਿਨ੍ਹਾਂ ਸਟੂਡੈਂਟਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ। ਆਪਾਂ ਤੁਹਾਡੇ ਲਈ ਡੇਲੀ ਹੀ ਇਵੇਂ ਹੀ ਇੰਪੋਰਟੈਂਟ ਸੈਸ਼ਨ ਲੈ ਕੇ ਆਉਂਦੇ ਰਹਾਂਗੇ ਠੀਕ ਹੈ। ਕੁਐਸਚਨ ਸੀਰੀਜ਼ ਨੂੰ ਤਿਆਰ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਆਪਾਂ ਜਿੰਨੇ ਵੀ ਕੁਐਸਚਨ ਲਏ ਨੇ MCQs ਲਏ ਨੇ। MCQ ਮਤਲਬ ਜੇ ਇੱਕ ਸਟੇਟਮੈਂਟ ਦਿੱਤੀ ਹੋਏਗੀ, 5 ਆਪਸ਼ਨ ਦਿੱਤੇ ਹੋਣਗੇ, ਤੁਸੀਂ ਮੈਨੂੰ ਕਮੈਂਟ ਕਰਕੇ ਜਲਦੀ ਤੋਂ ਜਲਦੀ ਦੱਸਣਾ ਇਹਦਾ ਸਹੀ ਆਨਸਰ ਕੀ ਹੋਏਗਾ ਗਾਈਜ਼ ਠੀਕ ਹੈ। ਤੇ ਸ਼ੇਅਰ ਕਰਨਾ ਨਾ ਭੁੱਲੋ, ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟ ਸਾਡੇ ਨਾਲ ਜੁੜ ਜਾਵੋ ਠੀਕ ਹੈ। ਇਹ ਲਾਈਵ ਸੈਸ਼ਨ ਚੱਲ ਰਿਹਾ ਹੈ, ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ। ਇਸ ਦਾ ਕਿਸੇ ਕੁਐਸਚਨ ਵਿੱਚ ਜਾਂ ਆਨਸਰ ਵਿੱਚ ਡਾਊਟ ਲੱਗਦਾ ਹੈ ਤੇ ਮੈਨੂੰ ਉਸ ਦਾ ਆਨਸਰ ਪੁੱਛ ਸਕਦੇ ਹੋ ਠੀਕ ਹੈ। ਦੇਖੋ ਤੇ ਅੱਜ ਦੀ ਸੀਰੀਜ਼ ਦਾ ਫਸਟ ਕੁਐਸਚਨ ਹੈ ਇਕੁਅਲ ਟੂ ਸਮ। ਕੋਈ ਫਾਰਮੂਲਾ ਲਿਖਣ ਦਾ ਤਰੀਕਾ ਦੱਸਿਆ ਹੋਇਆ ਹੈ, ਇਜ਼ ਐਨ ਐਗਜ਼ਾਮਪਲ ਆਫ ਹੈ ਨਾ। ਤੇ ਤੁਸੀਂ ਦੱਸਣਾ ਹੈ ਇਸ ਦਾ ਸਹੀ ਆਨਸਰ ਕੀ ਹੈ। ਆਨਸਰ ਮੈਂ ਪਹਿਲੇ ਕਹਿ ਚੁੱਕੀ ਤੁਹਾਨੂੰ ਠੀਕ ਹੈ। ਤੇ ਤੁਸੀਂ ਆਨਸਰ ਇਹਦਾ B ਆਪਸ਼ਨ ਇਜ਼ ਦੀ ਕਰੈਕਟ ਆਨਸਰ। B ਆਪਸ਼ਨ ਇਜ਼ ਦੀ ਕਰੈਕਟ ਆਨਸਰ ਠੀਕ ਹੈ ਗਾਈਜ਼। ਦੇਖੋ ਜਿਵੇਂ ਤੁਸੀਂ MS ਐਕਸਲ ਯੂਜ਼ ਕਰਦੇ ਹੋਗੇ, MS ਐਕਸਲ ਵਿੱਚ ਆਪਾਂ ਕਿਵੇਂ ਫਾਰਮੂਲਾ ਵਾਰ ਵਿੱਚ ਕਿੱਥੇ ਲਿਖਦੇ ਹਾਂ ਫਾਰਮੂਲਾ, MS ਐਕਸਲ ਵਿੱਚ ਫਾਰਮੂਲਾ ਵਾਰ ਵਿੱਚ, ਇੱਦਾਂ ਫਾਰਮੂਲਾ ਵਾਰ ਵਿੱਚ ਹੈ ਨਾ। ਕੀ ਕਰਦੇ ਹਾਂ, ਸਟਾਰਟ ਕਿੱਥੋਂ ਕਰਦੇ ਹਾਂ, ਇਕੁਅਲ ਟੂ। ਅਗਰ ਆਪਾਂ ਸਮ ਕਰਨਾ ਚਾਹੁੰਦੇ ਹਾਂ ਤੇ ਸਮ ਲਿਖ ਦਿੰਦੇ ਹਾਂ। ਸਮ ਆਹ ਚੀਜ਼ ਕਿਸ ਨੂੰ ਡੋਨੇਟ ਕਰਦੀ ਆ, ਕਿਸ ਨੂੰ ਰੈਫਰ ਕਰ ਰਹੀ ਹੈ, ਆ ਕਰਦੀ ਹੈ ਰੋ ਐਂਡ ਕੋਲਮ ਠੀਕ ਹੈ। ਇਸ ਦੀ ਰੇਂਜ ਦੱਸ ਰਹੀ ਹੈ ਕਿ ਜਿਹੜੀ ਰੋ ਹੈ, ਰੋ ਐਂਡ ਕੋਲਮ ਜਿਹੜਾ ਹੈ, ਕੋਲਮ ਜਿਹੜਾ S ਹੈ ਤੇ ਰੋ ਜਿਹੜੀ 12ਵੀਂ ਹੈ, ਇਸ ਤੋਂ ਲੈ ਕੇ ਜਿਹੜਾ ਕੋਲਮ S ਹੈ ਤੇ 23 ਤੱਕ ਜਿਹੜਾ ਸਾਡਾ ਸਮ ਕਰ ਦਵੇ ਹੈ ਨਾ। ਤੇ ਆਹ ਕੀ ਚੀਜ਼ ਕਰ ਰਹੀ ਹੈ ਰੈਫਰ, ਕਿਸ ਦੀ ਐਗਜ਼ਾਮਪਲ ਹੈ, ਫਾਰਮੂਲਾ ਦੀ ਠੀਕ ਹੈ। ਚਲਦੇ ਹਾਂ ਇਸ ਦੀ ਥੋੜੀ ਜਿਹੀ ਡਿਸਕ੍ਰਿਪਸ਼ਨ ਦੇਖ ਲੈਂਦੇ ਹਾਂ। ਇਟ ਇਜ਼ ਅ ਫਾਰਮੂਲਾ ਟੂ ਗੈਟ ਸਮ ਆਫ ਦੀ ਡਾਟਾ ਫਰੋਮ ਦੀ ਸੈੱਲ ਨੰਬਰ S12 ਟੂ S23 ਠੀਕ ਹੈ। ਤੇ ਆ ਜਿਹੜਾ ਆਨਸਰ ਸੀਗਾ ਕੀ ਸੀਗਾ, MS ਐਕਸਲ ਵਿੱਚ ਆਪਾਂ ਜਦੋਂ ਫਾਰਮੂਲਾ ਯੂਜ਼ ਕਰਦੇ ਹਾਂ। ਨੈਕਸਟ ਕੁਐਸਚਨ ਨੂੰ ਧਿਆਨ ਨਾਲ ਪੜ੍ਹੋ ਗਾਈਜ਼। ਵਿਚ ਅਮੰਗ ਦੀ ਫੋਲੋਇੰਗ ਇਜ਼ ਅ ਸੌਫਟਵੇਅਰ ਟੈਕਨੋਲੋਜੀ ਦੈਟ ਸੈਪਰੇਟਸ ਦੀ desktop environment and associated application software from the physical client device that is used to access it। ਹਾਂਜੀ ਆਪਾਂ ਉਸ ਤਰ੍ਹਾਂ ਦੀ ਸੌਫਟਵੇਅਰ ਟੈਕਨੋਲੋਜੀ ਨੂੰ ਕੀ ਕਵਾਂਗੇ। ਕੁਛ ਟੈਕਨੋਲੋਜੀਆਂ ਦਿੱਤੀਆਂ ਹੋਈਆਂ ਨੇ, ਨੀਚੇ ਦੇਖ ਲਓ 5 ਆਪਸ਼ਨ ਦਿੱਤੇ ਨੇ। ਇਹਨਾਂ ਵਿੱਚੋਂ ਤੁਸੀਂ ਦੱਸਣਾ ਹੈ ਕਿ ਉਸ ਸੌਫਟਵੇਅਰ ਟੈਕਨੋਲੋਜੀ ਨੂੰ ਆਪਾਂ ਕੀ ਕਵਾਂਗੇ ਜਿਸ ਵਿੱਚ ਇੱਕ ਸੈਪਰੇਟ ਕੀ ਹੁੰਦਾ, ਡੈਸਕਟੋਪ ਇਨਵਾਇਰਮੈਂਟ ਕ੍ਰੀਏਟ ਹੁੰਦਾ ਜਿਹੜਾ ਐਸੋਸੀਏਟ ਕਿਸ ਨੂੰ ਕਰਦਾ, ਇੱਕ ਐਪਲੀਕੇਸ਼ਨ ਸੌਫਟਵੇਅਰ ਨੂੰ। ਜਿਵੇਂ ਕਿ ਲੱਗਦਾ ਕਿ ਬੰਦਾ ਜਿਹੜਾ ਕੀ ਕਰ ਰਿਹਾ, ਉਸ ਨੂੰ ਅਸੈਸ ਕਰ ਰਿਹਾ ਹੈ, ਫਿਜ਼ੀਕਲ ਕਲਾਇੰਟ ਡਿਵਾਈਸ ਨੂੰ ਉਸ ਨੂੰ ਯੂਜ਼ ਕਰ ਰਿਹਾ, ਮਤਲਬ ਉਸ ਨੂੰ ਅਸੈਸ ਕਰ ਰਿਹਾ। ਤਾਂ ਉਸ ਨੂੰ ਆਪਾਂ ਕਹਿ ਦਿੰਦੇ ਹਾਂ, ਉਸ ਟੈਕਨੋਲੋਜੀ ਨੂੰ ਕੀ ਕਹਿ ਦਿੰਦੇ ਹਾਂ, ਗਾਈਸ, ਡੈਸਕਟੋਪ ਵਰਚੁਅਲਾਈਜੇਸ਼ਨ। ਵਰਚੁਅਲਾਈਜੇਸ਼ਨ ਦਾ ਮਤਲਬ ਮੈਂ ਤੁਹਾਨੂੰ ਪਹਿਲੇ ਵਾਲੀ ਵੀਡੀਓ ਵਿੱਚ ਵੀ ਦੱਸ ਚੁੱਕੀ ਹਾਂ। ਜਿਹੜੇ ਸਟੂਡੈਂਟ ਲਾਸਟ ਵਾਲੀ ਵੀਡੀਓਜ਼ ਨਹੀਂ ਦੇਖੀਆਂ ਉਹਨਾਂ ਨੇ ਪਲੇਲਿਸਟ 'ਤੇ ਜਾ ਸਕਦੇ ਨੇ। ਪਲੇਲਿਸਟ ਵਿੱਚ ਸਾਡਾ PSPCL ਦਾ ਇੱਕ ਫੋਲਡਰ ਬਣਿਆ ਹੋਇਆ ਹੈ। ਦੈਨ ਜਿਹੜੇ ਬੇਸਿਕ ਅਤੇ IT ਬੇਸਿਕ ਦੇ ਦੇਖਣਾ ਚਾਹੁੰਦੇ ਨੇ ਵੀਡੀਓਜ਼, ਉਹ ਦੇਖ ਲੈਣ। ਕੰਪਿਊਟਰ MCQ ਦਾ ਫੋਲਡਰ ਇੱਕ ਬਣਿਆ ਹੋਏਗਾ ਠੀਕ ਹੈ। ਅਤੇ ਕੰਪਿਊਟਰ 'ਤੇ ਤੁਹਾਨੂੰ ਸਾਰੀਆਂ ਜਿਹੜੀਆਂ ਵੀਡੀਓਜ਼ ਨੇ ਉੱਥੇ ਮਿਲ ਜਾਣਗੀਆਂ। ਦੇਖੋ ਥੋੜ੍ਹੀ ਜਿਹੀ ਡਿਸਕ੍ਰਿਪਸ਼ਨ ਪੜ੍ਹ ਲੈਂਦੇ ਹਾਂ। ਡੈਸਕਟੋਪ ਵਰਚੁਅਲਾਈਜੇਸ਼ਨ ਇੱਕ ਇੱਦਾਂ ਦਾ ਮਾਹੌਲ ਕ੍ਰੀਏਟ ਕਰਦਾ ਹੈ ਜਿਸ ਵਿੱਚ ਕੀ ਹੁੰਦਾ ਹੈ ਕਿ ਜਿਵੇਂ ਲੱਗਦਾ ਹੈ ਕਿ ਜਿਹੜਾ ਕਲਾਇੰਟ ਹੈ ਕੀ ਕਰ ਰਿਹਾ ਹੈ, ਐਕਚੁਅਲ ਵਿੱਚ ਰੀਅਲ ਵਾਲਾ ਹੀ ਯੂਜ਼ ਕਰ ਰਿਹਾ ਠੀਕ ਹੈ। ਡੈਸਕਟੋਪ ਨੂੰ ਰੀਅਲ ਹੀ ਆਪਰੇਟ ਕਰ ਰਿਹਾ ਹੈ ਠੀਕ ਹੈ। ਇੱਦਾਂ ਦਾ ਇਨਵਾਇਰਮੈਂਟ ਕ੍ਰੀਏਟ ਕਰਦੇ ਨੇ ਜਿਵੇਂ ਲੱਗਦਾ ਕਿ ਉਹ ਫਿਜ਼ੀਕਲੀ ਮਤਲਬ ਉਸ ਕੰਪਿਊਟਰ 'ਤੇ ਕੰਮ ਕਰ ਰਿਹਾ, ਲੇਕਿਨ ਨਹੀਂ, ਇੱਦਾਂ ਨਹੀਂ ਹੁੰਦਾ। ਇੱਕ ਇਸ ਸੌਫਟਵੇਅਰ ਦੀ ਐਗਜ਼ਾਮਪਲ ਦੇਖ ਲਓ ਤੁਸੀਂ, VMware। ਜੇਕਰ ਤੁਸੀਂ ਸੁਣਿਆ ਹੋਏਗਾ ਟੈਲਨੈਟ, VMware ਠੀਕ ਹੈ। ਜਿਵੇਂ ਕਾਫੀ ਯੂਜ਼ ਕਿੱਥੇ ਕੀਤਾ ਜਾਂਦਾ ਹੈ,
ਰਿਮੋਟ ਸਰਵਰ ਕਲਾਇੰਟ ਲਈ ਮਤਲਬ ਕਿ ਆਪਾਂ ਕਿਸੇ ਇੱਕ ਜਗ੍ਹਾ 'ਤੇ ਬੈਠੇ ਹੋਏ ਹਾਂ, ਇੱਕ ਆਫਿਸ ਇੱਥੇ ਹੈ ਕਿਤੇ, ਠੀਕ ਹੈ, ਇਸ ਲੋਕੇਸ਼ਨ 'ਤੇ ਹੈ, ਇੱਕ ਆਫਿਸ ਕਿਤੇ ਹੋਰ ਹੈ ਨਾ। ਸਾਨੂੰ ਚਾਹੀਦਾ ਕਿ ਮੈਂ ਇਸ ਦਾ ਕੰਪਿਊਟਰ ਨੂੰ ਅਸੈਸ ਕਰਨਾ ਚਾਹੁੰਦਾ, ਮਤਲਬ ਕਿ ਮੈਂ ਆਫਿਸ ਵਿੱਚ ਬੈਠਾ ਹੋਇਆ ਘਰ, ਮੈਂ ਕੀ ਕਰਾਂਗਾ, ਇਸ ਦੀ ਆਈਡੀ ਕ੍ਰੀਏਟ ਕਰ ਲਾਂਗੇ, ਉਸਦੇ ਕੰਪਿਊਟਰ ਨੂੰ ਕਿਵੇਂ ਕਰਾਂਗੇ ਆਪਾਂ ਅਸੈਸ, ਕਿਵੇਂ ਕਰਾਂਗੇ, ਇੱਕ ਵਰਚੁਅਲਾਈਜੇਸ਼ਨ ਦਾ ਮਤਲਬ ਇਨਵਾਇਰਮੈਂਟ ਕ੍ਰੀਏਟ ਹੋ ਜਾਏਗਾ, ਜਿਸ ਨਾਲ ਲੱਗੇਗਾ ਕਿ ਆਪਾਂ ਉਸਦਾ ਕੰਪਿਊਟਰ ਹੈ, ਉਸਦਾ ਜਿਹੜਾ ਕੰਪਿਊਟਰ ਹੈ ਉੱਥੇ ਜਾ ਕੇ ਉਸ ਲੋਕੇਸ਼ਨ 'ਤੇ ਹੀ ਅਸੈਸ ਕरें। ਲੇਕਿਨ ਨਹੀਂ, ਇੱਦਾਂ ਨਹੀਂ ਹੈ, ਆਪਾਂ ਆਪਣੇ ਘਰ ਬੈਠੇ ਹੀ ਉਸਨੂੰ ਕਰ ਰਹੇ ਹੁੰਦੇ ਆ ਅਸੈਸ, ਠੀਕ ਹੈ। ਅਤੇ ਇੱਕ ਵਰਚੁਅਲਾਈਜੇਸ਼ਨ ਦਾ ਇੱਕ ਇਨਵਾਇਰਮੈਂਟ ਜਿਹਾ ਕ੍ਰੀਏਟ ਹੋ ਜਾਂਦਾ ਹੈ, ਕਿਸ ਦੇ ਸੋਫਟਵੇਅਰ ਦੇ ਥਰੂ ਹੁੰਦਾ ਹੈ, VMware, ਇੱਕ ਟੈਲਨੈਟ ਦੇ ਥਰੂ, ਠੀਕ ਹੈ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ ਗਾਈਜ਼। ਜੇਕਰ ਤੁਹਾਨੂੰ ਕਨਫਿਊਜ਼ਨ ਲੱਗਦੀ ਹੈ ਮੈਨੂੰ ਕਮੈਂਟ ਕਰਕੇ ਤਾਂ ਪੁੱਛ ਸਕਦੇ ਹੋ ਕਿ ਹਾਂਜੀ ਇਸ ਵਿੱਚ ਆਨਸਰ ਵਿੱਚ ਮੈਂ ਸਾਨੂੰ ਕਨਫਿਊਜ਼ਨ ਹੈ। ਦੇਖੋ ਨੈਕਸਟ ਕੁਐਸਚਨ ਹੈ, 5 ਆਪਸ਼ਨ ਦਿੱਤੇ ਨੇ, ਸਹੀ ਧਿਆਨ ਨਾਲ ਦੇਖ ਲਿਓ। E-governance is generally understood as the use of information and communication technology at all the level of government to provide service to the citizens. Which among the following are type of interaction in e-governance? देखो ਤੁਹਾਨੂੰ ਮੈਂ ਪਹਿਲੇ ਵੀ ਦੱਸ ਚੁੱਕੀ ਹਾਂ। E ਦਾ ਮਤਲਬ ਕੀ ਹੁੰਦਾ ਹੈ, ਇਲੈਕਟ੍ਰੋਨਿਕਲੀ, ਹੈ ਨਾ। E ਦਾ ਮਤਲਬ ਹਮੇਸ਼ਾ E-ਗੌਰਮੈਂਟ, E-ਕਮਰਸ ਇੱਦਾਂ ਦੇ ਕੁਐਸਚਨ ਜਿਹਦੇ ਆ ਜਾਂਦੇ ਨੇ, E ਦਾ ਮਤਲਬ ਤੁਸੀਂ ਇਲੈਕਟ੍ਰੋਨਿਕਲੀ ਹੁੰਦਾ ਹੈ, E-ਗਵਰਨੈਂਸ, E-ਗੌਰਮੈਂਟ ਇੱਦਾਂ ਦੇ ਕੁਐਸਚਨਾਂ ਵਿੱਚ ਆਪਾਂ ਦੇਖਣਾ ਹੈ ਕਿ ਇੱਕ ਜਰਨਲੀ ਕੀ ਅੰਡਰਸਟੂਡ ਕਰਵਾਉਂਦੀ ਹੈ, ਜਿਸ ਨੂੰ ਆਪਾਂ ਕਾਹਦੇ ਲਈ ਯੂਜ਼ ਕਰਦੇ ਹਾਂ, ਇੱਕ ਇੱਦਾਂ ਦੀ ਇਨਫੋਰਮੇਸ਼ਨ ਕਮਿਊਨੀਕੇਸ਼ਨ ਟੈਕਨੋਲੋਜੀ ਕ੍ਰੀਏਟ ਕਰ ਦਿੰਦੀ ਹੈ, ਜਿਸ ਦੇ ਲੈਵਲ ਵਿੱਚ ਜਿਹੜਾ ਗੌਰਮੈਂਟ ਕੀ ਪ੍ਰੋਵਾਈਡ ਕਰਦੀ ਹੈ, ਸਰਵਿਸਾਂ ਪ੍ਰੋਵਾਈਡ ਕਰਦੀ ਹੈ ਕਿਸ ਨੂੰ, ਸਿਟੀਜ਼ਨ ਨੂੰ, ਠੀਕ ਹੈ। ਅਤੇ ਕਿੱਦਾਂ ਦਾ ਮਾਡਲ, ਇੱਕ ਕਿੱਦਾਂ ਦੀ E-ਗਵਰਨੈਂਸ, ਉਸਦੇ ਟਾਈਪ ਦੱਸੇ ਹੋਏ ਨੇ, ਤੁਸੀਂ ਦੱਸਣਾ ਹੈ ਕਿ ਵਿਚ ਅਮੰਗ ਫੋਲੋਇੰਗ ਆਰ ਟਾਈਪ ਆਫ ਇੰਟਰੈਕਸ਼ਨ E-ਗਵਰਨੈਂਸ ਦੇ ਕਿਹੜੇ ਟਾਈਪ ਨੇ, ਠੀਕ ਹੈ। ਮਤਲਬ ਇੱਕ ਇੱਦਾਂ ਦੀ ਮਤਲਬ ਸਰਵਿਸਾਂ ਜਿਹੜੀਆਂ ਸਾਨੂੰ, ਸਾਡੇ ਕਲਾਇੰਟਸ ਨੂੰ, ਸਾਡੇ ਸਿਟੀਜ਼ਨਸ ਨੂੰ ਇੱਕ ਇੱਦਾਂ ਦਾ ਲੈਵਲ ਕ੍ਰੀਏਟ ਕਰਨਾ ਜਿਹਦੇ ਵਿੱਚ ਆਪਾਂ ਇਨਫੋਰਮੇਸ਼ਨ ਨੂੰ ਸ਼ੇਅਰ ਕਰ ਸਕਦੇ ਹਾਂ, ਆਪਣੇ ਕੋਈ ਟੈਕਨੋਲੋਜੀ ਨੂੰ ਸ਼ੇਅਰ ਕਰ ਸਕਦੇ ਹਾਂ, ਕਿਸ ਤੱਕ ਆਪਣੀ ਸਰਵਿਸਾਂ ਨੂੰ ਸ਼ੇਅਰ ਕਰ ਸਕਦੇ ਹਾਂ, ਕਿਹਦੇ ਨਾਲ, ਸਿਟੀਜ਼ਨਸ ਨਾਲ, ਜਾਂ ਗੌਰਮੈਂਟ ਟੂ ਗੌਰਮੈਂਟ ਨਾਲ ਵੀ ਹੋ ਸਕਦਾ ਹੈ, ਕਲਾਇੰਟਸ ਨਾਲ ਹੋ ਸਕਦਾ ਹੈ, ਠੀਕ ਹੈ, ਬਿਜ਼ਨਸ ਵਾਲਿਆਂ ਨਾਲ ਹੋ ਸਕਦਾ ਹੈ। ਅਤੇ ਇੱਕ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਗਾਈਜ਼, ਇਹ ਹੁੰਦੇ ਨੇ ਆਲ ਆਫ ਦੀ ਅਬਵ, ਹੈ ਨਾ, ਆਲ ਆਫ ਦੀ ਅਬਵ ਦੇਖ ਲਓ। 53 ਦਾ ਸਹੀ ਆਂਸਰ ਹੈ ਆਲ ਆਫ ਦੀ ਅਬਵ, ਮਤਲਬ ਗੌਰਮੈਂਟ ਟੂ ਬਿਜ਼ਨਸ, ਗੌਰਮੈਂਟ ਟੂ ਕਲਾਇੰਟ, ਗੌਰਮੈਂਟ ਟੂ, ਠੀਕ ਹੈ, G2G। ਦੇਖੋ ਇਸਦੀ ਥੋੜ੍ਹੀ ਜਿਹੀ ਐਕਸਪਲੇਨੇਸ਼ਨ ਦੱਸ ਦਿੰਦੀ ਹਾਂ। E-governance facilitate interaction between different stakeholder in E-governance, which interaction may be described follow। G2G ਦਾ ਮਤਲਬ ਸੀਗਾ ਗੌਰਮੈਂਟ ਟੂ ਗੌਰਮੈਂਟ, G2C ਦਾ ਮਤਲਬ ਹੈ ਗੌਰਮੈਂਟ ਟੂ ਸਿਟੀਜ਼ਨ, ਗੌਰਮੈਂਟ ਟੂ ਬਿਜ਼ਨਸ, ਠੀਕ ਹੈ, ਗੌਰਮੈਂਟ ਟੂ ਇੰਪਲੋਇਜ਼, ਠੀਕ ਹੈ। ਇਹ ਸਭ ਕੀ ਨੇ, E-ਗਵਰਨੈਂਸ ਦੇ ਟਾਈਪਸ ਨੇ। ਤੁਸੀਂ ਹੁਣ ਮੈਨੂੰ, ਅਗਰ ਤੁਸੀਂ E-ਕਮਰਸ ਪੜ੍ਹੀ ਹੋਈ ਹੈ, ਤੁਸੀਂ ਮੈਨੂੰ ਮਾਡਲ, ਸਭ ਤੋਂ ਪਹਿਲਾਂ ਇਹ ਕੁਐਸਚਨ ਆਉਂਦਾ ਹੈ ਮਤਲਬ E-ਗਵਰਨੈਂਸ ਦਾ ਕੁਐਸਚਨ ਆਏਗਾ। E-ਕਮਰਸ ਜੇਕਰ ਤੁਸੀਂ ਮੈਨੂੰ ਪੜ੍ਹੀ ਹੋਈ ਹੈ, ਮੈਨੂੰ ਦੱਸੋ ਕਮੈਂਟ ਕਰਕੇ ਕਿ G2G ਵਿੱਚ ਕੀ ਐਗਜ਼ਾਮਪਲ ਆਏਗੀ, ਗੌਰਮੈਂਟ ਟੂ ਸਿਟੀਜ਼ਨ ਵਿੱਚ ਕਿਹੜੀ ਐਗਜ਼ਾਮਪਲ ਆਏਗੀ, ਗੌਰਮੈਂਟ ਟੂ ਬਿਜ਼ਨਸ ਵਿੱਚ ਕਿਹੜੀ ਐਗਜ਼ਾਮਪਲ ਆਏਗੀ, ਠੀਕ ਹੈ। ਤੁਸੀਂ ਮੈਨੂੰ ਐਗਜ਼ਾਮਪਲਾਂ ਦੱਸੋ ਇਸ ਦੀਆਂ, ਠੀਕ ਹੈ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। Which among the following is a technology commonly used in mobile device to recreate the sense of touch while applying force, vibration or motion to the user? ਹਾਂਜੀ, ਜਿਹੜਾ ਤੁਸੀਂ ਟੈਕਨੋਲੋਜੀ ਯੂਜ਼ ਕਰਦੇ ਆ ਕਾਮਨਲੀ ਕਾਹਦੇ ਵਿੱਚ ਯੂਜ਼ ਕਰਦੇ ਹੋ, ਆਪਣੇ ਮੋਬਾਈਲ ਵਿੱਚ, ਟੈਬਲੇਟ ਵਿੱਚ, ਦੈਨ ਕਿਸੇ ਵੀ, ਹੈ ਨਾ, ਇੱਦਾਂ ਦੇ ਇਲੈਕਟ੍ਰੋਨਿਕ ਡਿਵਾਈਸ ਵਿੱਚ, ਜਿਵੇਂ ਮਤਲਬ ਮੋਬਾਈਲਾਂ ਵਿੱਚ ਜ਼ਿਆਦਾਤਰ ਦੇਖੀ ਗਈ ਹੈ। ਇੱਕ ਇੱਦਾਂ ਦੀ ਮਤਲਬ ਸੈਂਸ ਟੱਚ ਹੈ ਜਿਹਦੇ ਵਿੱਚ ਆਪਾਂ ਕੀ ਕਰਦੇ ਹਾਂ, ਆਪਾਂ ਅਗਰ ਉਹਨੂੰ ਟੱਚ ਕਰਦੇ ਹਾਂ ਵਾਈਬਰੇਟ ਹੁੰਦਾ, ਮੋਸ਼ਨ ਕਰਦਾ, ਮੋਸ਼ਨ ਕ੍ਰੀਏਟ ਕਰਦਾ, ਹੈ ਨਾ। ਅਤੇ ਉਹ ਕਿਹੜੀ ਟੈਕਨੋਲੋਜੀ ਦੇ ਯੂਜ਼ ਨਾਲ ਹੁੰਦਾ ਹੈ, ਹਾਂਜੀ, ਜੇਕਰ ਤੁਹਾਨੂੰ ਪਤਾ ਹੈ ਤਾਂ ਦੱਸੋ। ਅਤੇ ਇਹ ਹੁੰਦਾ ਗਾਈਜ਼ ਟੈਕਟਾਈਲ ਹੈਪਟਿਕਸ, ਠੀਕ ਹੈ, ਇਹ ਯਾਦ ਰੱਖਣਾ ਹੈ ਤੁਸੀਂ। ਨੈਕਸਟ ਕੁਐਸਚਨ, ਥੋੜ੍ਹਾ ਜਿਹਾ ਇਹਦੀ ਐਕਸਪਲੇਨੇਸ਼ਨ ਪੜ੍ਹ ਲੈਂਦੇ ਹਾਂ। ਟੈਕਟਾਈਲ ਹੈਪਟਿਕ ਫੀਡਬੈਕ ਇਜ਼ ਅ ਕਾਮਨ ਇਨ ਸੈਲੂਲਰ ਡਿਵਾਈਸ, ਜਿਹੜੇ ਆਪਾਂ ਮੋਬਾਈਲ ਯੂਜ਼ ਕਰਦੇ ਹਾਂ, ਇਹਦੀ ਟੈਕਨੋਲੋਜੀ ਕਿਹੜੀ ਹੁੰਦੀ, ਟੈਕਟਾਈਲ ਹੈਪਟਿਕ। ਜਿਵੇਂ ਹੈਪਟਿਕ ਦਾ ਮਤਲਬ ਜਿਵੇਂ ਤੁਸੀਂ ਦੱਸਦੇ ਕਹਿ ਸਕਦੇ ਹੋ, ਜਿਵੇਂ ਤੁਸੀਂ ਕਹਿ ਸਕਦੇ ਕਿ ਜਦੋਂ ਆਪਾਂ ਕਿਸੇ ਮਤਲਬ ਇੱਕ ਇਨਟੈਂਜੀਬਲ, ਮਤਲਬ ਇੱਦਾਂ ਦੀ ਆਵਾਜ਼ ਨਿਕਾਲਦਾ, ਇੱਕ ਮਤਲਬ ਨੋਨ ਵਰਬਲ ਕਮਿਊਨੀਕੇਟਰ,
ठीक है। नॉन वर्बल कम्युनिकेशन, जिवें आपां इस नूं टच कर रहे हैं मोबाइल नूं, तो एक नॉन वर्बल मतलब कम्युनिकेट ਹੁੰਦੀ ਹੈ, ਠੀਕ ਹੈ। ਜਿਵੇਂ ਕਿ ਇੱਦਾਂ ਦਾ ਸੈਂਸਰ ਹੁੰਦਾ ਮੋਬਾਈਲ ਵਿੱਚ ਆਪਾਂ ਫਿੱਟ ਕੀਤੇ, ਜਦੋਂ ਆਪਾਂ ਟੱਚ ਕਰਦੇ ਹਾਂ ਤੁਸੀਂ ਦੇਖਿਆ ਹੋਏਗਾ ਕੀਪੈਡ ਦਾ ਸੈਂਸਰ ਜਾਂ ਠੀਕ ਹੈ ਇੱਦਾਂ ਦਾ ਟੱਚ ਸਕਰੀਨ ਦਾ, ਜਦੋਂ ਆਪਾਂ ਫਿੰਗਰ ਨੂੰ ਲਈ ਇੰਟਰੈਕਟ ਕਰਦੇ ਹਾਂ ਤਾਂ ਸਰਵਿਸ ਵਿੱਚ ਇੱਕ ਟੱਚ ਮਤਲਬ ਜਿਹੜੀ ਇੱਦਾਂ ਦਾ ਹੈਪਟਿਕ ਰੈਫਰ ਕਰਦਾ ਕਿ ਪ੍ਰੋਡਕਸ਼ਨ ਕਰਦਾ ਕਿ ਜਿਹੜੇ ਵੇਰੀਏਬਲ ਹੈ, ਜਿਹੜਾ ਫੋਰਸ ਫਿੰਗਰ ਯੂਜ਼ਰ ਜਦੋਂ ਫਿੰਗਰ ਨਾਲ ਉਸ ਨੂੰ ਫੋਰਸ ਕਰਦਾ ਹੈ, ਠੀਕ ਹੈ, ਅਤੇ ਕਿੱਦਾਂ ਦੀ ਇੰਟਰੈਕਸ਼ਨ ਹੁੰਦੀ ਹੈ ਜਿਹਦੇ ਨਾਲ ਕੀ ਹੁੰਦਾ ਕਿ ਉੱਥੋਂ ਇੱਕ ਵਾਈਬ੍ਰੇਸ਼ਨ ਟਾਈਪ ਦੀ ਆਵਾਜ਼ ਜੀ ਟਾਈਪ ਦੀ ਜਾਂ ਕੋਈ ਰਿੰਗ ਟੋਨ ਇੱਦਾਂ ਹਲਕੀ ਜੀ, ਠੀਕ ਹੈ, ਨੋਨ ਵਰਬਲ ਕਮਿਊਨੀਕੇਸ਼ਨ ਰਿੰਗ ਟੋਨ ਜੀ ਜਿਹੜੀ ਸਾਨੂੰ ਸੁਣਾਈ ਦਿੰਦੀ ਹੈ, ਠੀਕ ਹੈ। ਅਤੇ ਕਿਹੜੀ ਟੈਕਨੋਲੋਜੀ ਨਾਲ ਹੁੰਦਾ, ਟੈਕਟਾਈਲ ਹੈਪਟਿਕ ਨਾਲ, ਠੀਕ ਹੈ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ ਗਾਈਜ਼। ਡੈਸ਼ ਇਜ਼ the process of allowing user of smartphone, tablet and other device running the Android mobile operating system to attain privileged control to modify the software code on the device and install other software that the manufacturer would not normally allow you to। हाँ जी 5 ऑप्शन दिते ने। 55th क्वेश्चन ते आपां पहुँच गए हाँ। 5 ऑप्शन दिते ने गाइस, इसदा मैं सही आंसर दस दिंदी हाँ। तो सही आंसर है रूटिंग, ठीक है, सही आंसर है रूटिंग। देखो क्वेश्चन विच आपां की किया गया सीगा, क्वेश्चन की स्टेटमेंट नूं ध्यान नाल पढ़ना, थोड़ी लेंथी स्टेटमेंट है। कहंदे कि रूटिंग एक इदां दा प्रोसैस है जिहड़ा अलो करदा है यूजर्स नूं, मतलब सानूं ਆਪਾਂ ਜਦੋਂ ਆਪਾਂ ਮੋਬਾਈਲ ਫੋਨ ਟੈਬਲੇਟ ਯੂਜ਼ ਕਰਦੇ ਹਾਂ ਜਾਂ ਕੋਈ ਡਿਵਾਈਸ ਯੂਜ਼ ਕਰਦੇ ਹਾਂ ਜਿਸ ਵਿੱਚ ਆਪਰੇਟਿੰਗ ਸਿਸਟਮ ਕਿਹੜਾ ਰਨ ਹੁੰਦਾ ਹੈ, ਐਂਡਰੋਇਡ ਮੋਬਾਈਲ, ਠੀਕ ਹੈ। ਇਹਦੇ ਵਿੱਚ ਜਦੋਂ ਆਪਾਂ ਕੋਈ ਸੋਫਟਵੇਅਰ ਨੂੰ ਜਾਂ ਕਿਸੇ ਚੀਜ਼ ਮਤਲਬ ਡਿਵਾਈਸ ਵਿੱਚ ਆਪਾਂ ਕੁਛ ਇੰਸਟਾਲ ਕਰਦੇ ਹਾਂ ਜਾਂ ਡਿਲੀਟ ਕਰਦੇ ਹਾਂ ਕਿਸੇ ਸੋਫਟਵੇਅਰ ਨੂੰ, ਅਤੇ ਸਾਨੂੰ ਮਤਲਬ ਆਥੋਰਾਈਜੇਸ਼ਨ ਮਤਲਬ ਸਾਨੂੰ ਅਲੋ ਕਰਨਾ ਪੈਂਦਾ ਹੈ ਕਿ ਹਾਂ ਆਪਾਂ ਜਿਹੜਾ ਸੋਫਟਵੇਅਰ ਹੈ ਇਸ ਡਿਵਾਈਸ ਵਿੱਚ ਕੀ ਕਰ ਰਹੇ ਹਾਂ, ਪਰਮਿਸ਼ਨ ਲੈਣੀ ਪੈਂਦੀ ਜਿਹਨੂੰ ਕਹਿ ਦਿੰਦੇ ਹਾਂ, ਠੀਕ ਹੈ। ਇਸ ਡਿਵਾਈਸ ਵਿੱਚ ਆਪਾਂ ਆਹ ਵਾਲਾ ਸੋਫਟਵੇਅਰ ਇੰਸਟਾਲ ਕਰਨ ਲੱਗੇ ਹਾਂ ਅਤੇ ਇਸ ਪਰਮਿਸ਼ਨ ਕਿਹਦੇ ਥਰੂ ਜਾਂਦੀ ਹੈ, ਇੱਕ ਐਡਮਿਨਿਸਟ੍ਰੇਟਰ ਦੇ, ਠੀਕ ਹੈ। ਸਾਨੂੰ ਜੇ ਅਗਰ ਪਾਸਵਰਡ ਪਤਾ ਹੋਏਗਾ ਤਾਂ ਹੀ ਆਪਾਂ ਕੀ ਕਰ ਸਕਦੇ ਹਾਂ, ਉਸਨੂੰ ਅਲੋ ਕਰ ਸਕਦੇ ਹਾਂ। ਦੇਖੋ ਥੋੜ੍ਹੀ ਜਿਹੀ ਐਕਸਪਲੇਨੇਸ਼ਨ ਦੇ ਦਿੰਦੇ ਹਾਂ ਰੂਟਿੰਗ ਦੀ। ਰੂਟਿੰਗ ਗਿਵ ਦੀ ਐਬਿਲਿਟੀ ਪਰਮਿਸ਼ਨ ਕਹਿ ਸਕਦੇ ਹਾਂ, ਠੀਕ ਹੈ। ਇੱਕ ਇੱਦਾਂ ਦੀ ਸਿਸਟਮ ਸੈਟਿੰਗ ਕਰਨੀ ਪਵੇਗੀ ਜਿਸ ਦੇ ਨਾਲ ਸਾਨੂੰ ਐਡਮਿਨਿਸਟ੍ਰੇਟਰ ਲੈਵਲ ਦੀ ਪਰਮਿਸ਼ਨ ਲੈਣੀ ਪਵੇਗੀ ਕਿ ਆਪਾਂ ਜੀ ਇਸ ਵਿੱਚ ਜਿਹੜਾ ਹੈਗਾ ਹੈ ਆਪਾਂ ਆਹ ਸੋਫਟਵੇਅਰ ਕੀ ਕਰਨ ਜਾ ਰਹੇ ਹਾਂ, ਇੰਸਟਾਲ ਕਰਨ ਜਾ ਰਹੇ ਹਾਂ, ਠੀਕ ਹੈ, ਡਿਲੀਟ ਕਰਨ ਜਾ ਰਹੇ ਹਾਂ, ਠੀਕ ਹੈ, ਜਾਂ ਅਲਟਰ ਕਰਨ ਜਾ ਰਹੇ ਹੋ ਸਿਸਟਮ ਦੇ ਐਪਲੀਕੇਸ਼ਨਸ ਦੇ ਸੋਫਟਵੇਅਰਸ ਨੂੰ, ਠੀਕ ਹੈ। ਉਸ ਨੂੰ ਰੂਟਿੰਗ ਦੇ ਥਰੂ ਕੀਤਾ ਜਾਂਦਾ ਸਾਰਾ, ਠੀਕ ਹੈ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ODBC ਸਟੈਂਡ ਫੋਰ। 56th क्वेश्चन है ODBC स्टैंड फॉर। ODBC स्टैंड फॉर जेकर तुसी पढ़िया होएगा पहले साडा मतलब, ठीक है, इसदे देख लो एग्जाम्पल। डी ऑप्शन इज द करेक्ट आंसर। डी मतलब ओपन डाटाबेस कनेक्टिविटी। थोड़ा जिहा समझ लो, ओपन डाटाबेस कनेक्टिविटी जिसनों ODBC कह देंगे, एक ओपन स्टैंडर्ड एप्लीकेशन प्रोग्राम इंटरफेस हैगा जिहड़ा असैस कर सकते आप डाटाबेस। DVMS भी जिन्हें स्टूडेंटा ने DVMS ਜਾਂ SQL पढ़िया होएगा सब्जैक्ट, उस विच आपां जदों कोई प्रोजैक्ट बनाते हैं तो कनैक्टिविटी करते हैं, कोई टेबल वगैरह बनाते हैं, उसकी कनैक्टिविटी के काम आता है ODBC, ठीक है। उसकी सैटिंग करते हैं जो आपां एक की हैगा एक एप्लीकेशन प्रोग्राम इंटरफेस है जिहड़ा असैस कर सकता है साडे डाटाबेस नूं। इसलिए ODBC नूं किस विच यूज़ करते हैं, DVMS विच, SQL। नैक्सट क्वेश्चन चलते हैं। विच अमंग द फॉलोइंग आर वैलिड फिल्टर्स अवेलेबल इन MS Access। हाँ जी, तुसीं दसना है कि MS Access विच किहड़े वैलिड फिल्टर ने। जेकर तुसीं MS Access पढ़िया होएगा, यूज़ किया होएगा प्रैक्टिकली, तुहानूं पता होना है, ठीक है। तो आपां किहड़े फिल्टर, ऑल ऑफ दी अबव मतलब फिल्टर ऑफ बाय फॉर्म, फिल्टर बाय सिलेक्शन, कॉमन फिल्टर, एडवांस फिल्टर, ठीक है। थोड़ी जी एक्सप्लेनेशन इसकी आप पढ़ लेंगे हाँ। जिहड़ा कॉमन फिल्टर हैगा इनू आपां किस लिए यूज़ करते हैं, कॉमन फिल्टर टू फिल्टर द स्पैसीफिक फिल्टर मतलब तो तुसीं समझदे हो ना की हुंदा फिल्टर। जिवें कि तुसीं MS बोल रही हाँ, सॉरी, Amazon यूज़ करते हो, फ्लिपकार्ट यूज़ करते हो, Amazon जिहड़ी हुंदी है वैबसाइट हुंदी है Amazon या फ्लिपकार्ट यूज़ करते हो, ठीक है, या फ्लिपकार्ट यूज़ करते हो। आ भी किसी ने साइटां बनाई हुई ने। जेकर आप चाहते हाँ, देखो मैं चाहती हाँ कि मैं लैना चाहती हाँ, इत्थे आप लैना चाहते हैं बुक लैना चाहते हैं, किहड़ी कंप्यूटर की बुक लैना चाहते हैं, तो आप बुक लिख देवांगे
बुक लिख देवांगे इत्थे सिंपली, तो मल्टीपल बुक्स आ जाएंगियां अलग अलग सबजैक्ट दियाँ, ठीक है। अगर मैं पर्टिकुलर किसी ऑथर का नाम लिखांगी, बुक कंप्यूटर बुक बाय ऑथर का नेम लिख देवांगी, अरिहंत जां RS अग्रवाल जोड़ा भी है, ठीक है, किसी भी पर्टिकुलर के नाम, ठीक है, तो आप उसनों फिल्टर मतलब कर देवांगे। उसका मतलब हो जाता है कि उही डाटा सानू दिखेगा जोड़ा आप साडी रिक्वायरमेंट के अकॉर्डिंग होएगा, एक स्पैसीफिक रेंज वैल्यू के विच होएगा। आप फिल्टर में की कर सकते हैं, उसका प्राइज, उसका वैल्यू, मतलब उसकी वैल्यू प्राइस सेम ही आ गया, उसका नेम ऑथर का, ठीक है, बुक के मतलब जोड़े हैगी है अपने की कहते कलर, बुक के कलर तो नहीं हो सकता स्पैसीफिक, कोई प्रोडक्ट होर लेना है जिमें कि तुसी की लेना है, शर्ट लैनी है, कोई पैंट लैनी है, कोई फ्रॉक लेनी है, इदा की कोई क्लोथ्स लैने ने, वो आ जाएगा, वो अलग अलग एट्रीब्यूट आ जाएंगे, प्राइज आ जाएगा, कलर आ जाएगा, ठीक है, स्टफ आ जाएगा, किहड़ा स्टफ चाहिए, कॉटन का, नायलॉन का, इदा इदा, ठीक है, तो ये एट्रीब्यूट होंगे जिन्हों जिहदे वैल्यू स्पैसीफिक वैल्यू आप की करते हैं फिल्टर करते हैं, ठीक है, समझ आ गई। तो ये कित्थे कित्थे यूज़ होंदा है, इवें आप जो डाटाबेस बनाते हैं उस टाइम पर आप कुछ फिल्टर लगाते हैं, ठीक है। MSSS नूं तुहानूं पता ही डाटाबेस क्रिएट करने लिए यूज़ किया जाता है, तो कॉमन फिल्टर है जिसनूं किस लिए यूज़ किया जाता है, स्पैसीफिक वैल्यू एंड रेंज नूं वैल्यू नूं फिल्टर करने लिए। Filter by selection to filter all the row in table that contain value, match the select value in row by filtering the data sheet view। डाटा शीट समझ गए हो ना, टेबल में जो रोज़ आप फीड की हुई ने उसके सिलेक्ट करना आप पर्टिकुलर जो मतलब आप कर रहे हैं, जो आप कर रहे हैं वो लिख रहे हैं उसनों पर्टिकुलर नूं की करना फिल्टर कर देगा। फिल्टर बाय फॉर्म के थ्रू फिल्टर करेगा, ट्राइंग टू फाइंड द स्पैसीफिक रिकॉर्ड। एडवांस फिल्टर विच की आएगा टू फिल्टर टाइप वेयर जो डिफाइन कस्टम फिल्टर क्राइटेरिया, ठीक है, एडवांस फिल्टर विच कुछ क्राइटेरिया कुछ कंडीशनस आ जाएगी। हाँ जी, ये सानू जी मतलब शर्ट आप खरीद रहे हैं, यदा स्टफ इदा का होना चाहिए, प्लस ये वैल्यू मतलब प्राइस इन्ना होना चाहिए, ठीक है, ज़्यादा मल्टीपल कंडीशनस आ गई उसनों एडवांस फिल्टर्स कह देंगे। नैक्सट क्वेश्चन में चलते हैं, Who invented the machine to add numbers quickly and accurately? हाँ जी, सब तो पहला जी इन्वेंशन की गई सी मशीन की जी कि ऐड कर देंदी सी नंबर क्विकली एंड एक्यूरेटली। जेकर तुहानूं पता होए 5 ऑप्शन दिते हैं, सही आंसर देने की कोशिश करो, बहुत ही ईजी है, ठीक है। तो इसका सही आंसर है सी, पास्कल, ब्लेज पास्कल का थोड़ी जी एक्सप्लेनेशन देख लेंगे हैं। ब्लेज पास्कल डिवेलप ए मशीन, एक इदा की मशीन पहले टाइम पर जी इन्वेंट की सी जी की करती सी परफॉर्म एडिशन क्विकली एंड एक्यूरेटली। दिस मशीन वाज कॉल्ड एडिंग मशीन और पास्कलाइन, ठीक है। नैक्सट क्वेश्चन चलते हैं, Which output device transfer the processed information into a printed page? बहुत ईजी है ये आंसर, तुसी मैनू कमेंट करके तुसी खुद दसो, ठीक है, किहड़ा आउटपुट डिवाइस है जिन्हों आप यूज़ करांगे किस लिए, जिहड़ी सानू इन्फॉर्मेशन प्रोसीड करके देवे प्रिंटेड पेज। यदा आंसर तुसी मैनू फटाफट आपे खुद दसो, मैं नहीं दसांगी। नैक्सट क्वेश्चन चलते हैं, Which of the following units perform a arithmetic task such as addition, subtraction, multiplication, division and logical operation? आ भी क्वेश्चन बहुत ईजी है, मैं स्किप करना चाहवागी, चलो कोई नहीं, फिर मैं दस दिंदी हाँ। तो इसका सही आंसर है अर्थमैटिक लॉजिक यूनिट, ठीक है। अर्थमैटिक ऑपरेशन किहड़े किहड़े आ जाते हैं, एडिशन, सबट्रैक्शन, मल्टीप्लिकेशन, डिवीजन, सब के होंगे ने अर्थमैटिक ऑपरेशनस होंगे ने। लॉजिक विच की आ जाता है जिवें कंपेयर करना, ठीक है, ग्रेटर दैन, इक्वल टू, लैस दैन इक्वल टू, नॉट इक्वल टू, सब लॉजिकली आ जाते हैं, ठीक है। तो सब जोड़े ऑपरेशन होंगे ने किहदे विच होंगे ने, अर्थमैटिक लॉजिक मतलब CP के अंडर होंगे ने, ठीक है। अर्थमैटिक लॉजिक यूनिट ALU कह देंगे हैं, परफॉर्म अर्थमैटिक एंड लॉजिक ऑपरेशन। ऑन दी अदर हैंड कंट्रोल यूनिट एक्सट्रैक्ट इंस्ट्रक्शन फ्रॉम दी कंप्यूटर मेमोरी एंड decode the execute the instruction task takes help the ALU required storage unit to memory unit is used to store the data while input and output is to enter data in your computer। जोड़ा आप डाटा एंटर कर रहे हैं अपने कंप्यूटर विच किहदे विच स्टोर होंदा, पहले तो मैमरी विच जाके स्टोर होएगा, दैन वो देखेगा तुहाडे जिहड़े अकॉर्डिंग तुहाडी अब तुसी अर्थमैटिक किहड़ा ऑपरेशन किया होया, अगर एडिशन करना चाहते हो तो उसके उत्ते एडिशन वाला फॉर्मूला अपने आप एग्जीक्यूट हो गया, तुहानूं जिहड़ा आंसर है उत्थे प्रोड्यूस हो जाएगा, ठीक है। मतलब ये सब CP के अंदर होंदियां ने यूनिट्स,
ਹੁੰਦੀ ਹੈ CPU ਨੇ ਕੰਟਰੋਲ ਪ੍ਰੋਸੈਸਿੰਗ ਯੂਨਿਟ ਹੈ ਨਾ, ਸੈਂਟਰਲ ਪ੍ਰੋਸੈਸਿੰਗ ਯੂਨਿਟ, ਠੀਕ ਹੈ। ਇਸ ਦੇ ਅੰਦਰ ALU ਆ ਜਾਂਦਾ ਹੈ, ਇੱਕ ACU ਆ ਜਾਂਦਾ ਹੈ, ਕੰਟਰੋਲ ਯੂਨਿਟ ਆ ਜਾਂਦੀ ਹੈ, ਠੀਕ ਹੈ। ਤੇ ਆ ਦੋਨਾਂ ਨੂੰ ਮਿਲਾ ਕੇ ਇੱਕ ਪੂਰਾ CPU ਬਣਦਾ ਹੈ, ਠੀਕ ਹੈ, ਸੈਂਟਰਲ ਪ੍ਰੋਸੈਸਿੰਗ ਯੂਨਿਟ, ਠੀਕ ਹੈ। नेक्स्ट क्वेश्चन है, फ्रॉम विच वर्जन माइक्रोसॉफ्ट इंट्रोड्यूस बैकस्टेज व्यू ऑफ फॉर असेस इंटरफेस। हाँ जी, तुसीं दसना है कि किहड़ा वर्जन जिहड़ा माइक्रोसॉफ्ट जिहड़ा की इंट्रोड्यूस करता है बैकस्टेज व्यू नूं, ठीक है। बैकस्टेज व्यू नूं की करता है, इंट्रोड्यूस करता है। तो दसो इसदा सही आंसर की होएगा। सही आंसर इसका हैगा ए यस, जल्दी जल्दी कमेंट करके दसो। असेस 2007। देखो, in Microsoft Office application Word, Excel, PowerPoint, Outlook, Access version 2007 and later there is an option for backstage view। ਇਹ ਕਿੱਦਾਂ ਦਾ backstage view ਨੂੰ ਮਤਲਬ ਵਰਜ਼ਨ ਵਿੱਚ ਆ ਜਾਂਦੇ ਨੇ ਜਿਹੜੇ ਸਾਨੂੰ ਕੀ ਅਲੋ ਕਰਦੇ ਨੇ, ਇੱਕ ਮੈਨੂਪਲੇਟ ਐਕਸਪੈਕਟਡ ਆਫ ਦੀ ਫਾਈਲਸ। ਇਹ ਕਿੱਦਾਂ ਦੇ ਪ੍ਰੋਵਾਈਡ ਕਰਦੇ ਨੇ ਏਰੀਆ ਜਿਸ ਵਿੱਚ ਆਪਾਂ ਐਡੀਸ਼ਨ, ਅਲਟਰਨੇਸ਼ਨਸ, ਠੀਕ ਹੈ, ਉਸਦੇ ਅਪਡੇਟ ਵਰਜ਼ਨ ਕਹਿ ਸਕਦੇ ਹਾਂ, ਠੀਕ ਹੈ। ਸਭ ਕਿਸ ਵਿੱਚ ਆ ਜਾਂਦੇ ਨੇ, ਬੈਕਸਟੇਜ ਵਰਜ਼ਨ ਵਿੱਚ। ਨੈਕਸਟ ਕੁਐਸਚਨ ਚਲਦੇ ਹਾਂ, ਵਟ ਇਜ਼ ਦਾ ਮੈਕਸੀਮਮ ਫੋਂਟ ਸਾਈਜ਼ ਯੂ ਕੈਨ ਅਪਲਾਈ ਫੋਰ ਐਨੀ ਕਰੈਕਟਰ। ਹਾਂਜੀ, ਜਦੋਂ ਆਪਾਂ MS Excel, MS Word यूज़ करते हैं, कुछ टाइप कर रहे होंगे, ठीक है। फोंट का मतलब तो तुम समझते हो। फोंट का जोड़ा मैक्सीमम साइज़ है आप कितना इनक्रीज़ कर सकते हैं, कितना लै सकते हैं, तुम दसो मैनू कमेंट करके जब तुम्हें पता है। हाँ जी, आप क्वेश्चन कर रहे हैं जी 60 सेकेंड, ठीक है। तो इसका सही आंसर की होएगा, यस, इसका सही आंसर है बी ऑप्शन, ठीक है। तुम देखा होएगा इत्थे ऑप्शन होंदा है फोंट का, फोंट सैट करना, फोंट का साइज़, ठीक है। फोंट में आप कर सकते हैं, बोल्ड कर सकते हैं, इटैलिक कर सकते हैं, अंडरलाइन कर सकते हैं, इवें ऑप्शन इत्थे ड्रॉप डाउन लिस्ट ओपन होंदी है। कित्थों शुरू होंदा है, 2 4 8 इदां अलग अलग मतलब फोंट का साइज़ होंदा है, इनक्रीज़ होंदा जांदा है। लास्ट विच कितना दिता होंदा है, इस तो ज़्यादा भी आप कर सकते हैं, ठीक है। मैक्सीमम कितना कर सकते हैं, इसका साइज़ इनक्रीज़ 1638, ठीक है। मैक्सीमम फोंट साइज कैन बी अप्लाइड फॉर एनी करैक्टर 1638 याद रखना है। क्वेश्चन बहुत बार रिपीट होया है, ठीक है, गलत लगा के आ जाते हैं स्टूडेंट। इफ़ यू चेंज विंडो 98 टू विंडो XP विच एक्शन विल बी परफॉर्मिंग। हाँ जी दसो, जेकर तुसीं चाहते हो तुहाडे तो पहले विंडो 98 हैगी है, ठीक है, जां तुसीं कह लो कि तुहाडे तो विंडो 2000 हैगी है, तुसीं विंडो नूं किस विच करना चाहते हो, इस विच विंडो 2000 किस विच करना चाहते हो, 10 विच करना चाहते हो, ठीक है। तुसी की यूज़ करोगे, किहड़ा परफॉर्म करोगे फंक्शन इस विचों दसो। हाँ जी, तो इसका सही आंसर की होएगा अपग्रेड, ठीक है। अपग्रेड क्यों, क्योंकि साडे तो जिहड़ा जिवें आपां देखते हैं अपने प्ले स्टोर ते, आपां प्ले स्टोर ते की करते हैं, किन्ने ऐप्स पे होंदे ने, फेसबुक होंदा है, छोटी एग्जांपल दे दिंदी जिवें फेसबुक होंदा है, दैन WhatsApp होंदा, आपां पहले तो इंस्टॉल करके रखिया होंदा है ना। तो इसनूं आपां जदों की करते हैं, जो प्ले स्टोर ते जांदे आपां चाहते कि उसनूं अपडेट करना, अपडेट एंड अपग्रेड इज़ द सेम है ना, मतलब अपग्रेड उसनूं अपग्रेड करांगे, उस जिहड़ी नवीं फंक्शनैलिटी नवां उसदे नवे वर्जनस आ जाणगे, ठीक है। तो आ चीज़ हुंदी है अपग्रेड, ठीक है। तो इंस्टॉलेशन का मतलब होंदा नवीं इंस्टॉल करनी, कोई चीज़ नूं नवां इंस्टॉल करना, ठीक है। तो आ चीज़ तुसीं समझनी है हमेशा। नैक्सट क्वेश्चन चलते हैं, विच अमंग द फॉलोइंग इज़ माइक्रोसॉफ्ट कोर सेट ऑफ एप्लीकेशन प्रोग्रामिंग इंटरफेस अवेलेबल इन दी माइक्रोसॉफ्ट विंडो ऑपरेटिंग सिस्टम। हाँ जी, तुसीं दसो कि इन्हां विचों किहड़े माइक्रोसॉफ्ट कोर सैट हैगी है जिहड़ी कि API कह दिंदे आ, एप्लीकेशन प्रोग्रामिंग इंटरफेस, जिहड़ी की करदी है माइक्रोसॉफ्ट विंडो ऑपरेटिंग सिस्टम नूं कह सकते हैं, ठीक है। API का सैट दसना है तुसीं जिहड़ा माइक्रोसॉफ्ट विंडो विच यूज़ होंदा है ना। तो दसो इस दे विचों किहड़ा हैगा है, विंडो API। विंडो API कौन सा है, आ देखो किहड़ा हैगा है, विन API, मतलब विन मतलब विंडो, माइक्रोसॉफ्ट की है विंडो का, ठीक है। API एप्लीकेशन प्रोग्रामिंग इंटरफेस, ठीक है। जिवें तुसीं देखिया हैगा विन 32, विन
64 है ना, जो ਆਪਾਂ ਇੰਸਟਾਲ ਕਰਦੇ ਵਿੰਡੋ ਦੇ ਕੋਈ ਮਤਲਬ ਸੌਫਟਵੇਅਰ ਇੰਸਟਾਲ ਕਰਨਾ ਚਾਹੁੰਦੇ ਹਾਂ, ਠੀਕ ਹੈ। ਤੇ ਇੰਟਰਫੇਸ ਹੁੰਦਾ ਸੈੱਟ ਆਫ ਦੀ ਇੰਟਰਫੇਸ, ਸੈੱਟ ਆਫ ਦੀ ਕੀ ਹੁੰਦੇ ਪ੍ਰੋਗਰਾਮਿੰਗ ਸੌਫਟਵੇਅਰ ਹੁੰਦੇ ਨੇ, ਠੀਕ ਹੈ। ਤਾਂ ਵਿੰਡੋ API ਨੋਰਮਲੀ ਵਿਨ API ਇਜ਼ ਵਿੰਡੋ ਕੋਰ ਸੈੱਟ ਆਫ ਐਪਲੀਕੇਸ਼ਨ ਪ੍ਰੋਗਰਾਮ ਇੰਟਰਫੇਸ ਅਵੇਲੇਬਲ ਇਨ ਦੀ ਵਿੰਡੋ ਆਪਰੇਟਿੰਗ ਸਿਸਟਮ। ਦਾ ਨੇਮ ਆਫ ਵਿੰਡੋ API collectively this several different platform implementation are referred to as open names, ठीक है। नाम तो ही पता चल रहा है। Win32 API, Win64 है ना, आ सब की ने साडे की ने API ने इंटरफेस ने। नैक्सट क्वेश्चन चलते हैं, विच ऑफ द फॉलोइंग इज़ नॉट एग्रीगेट फंक्शन। तुसीं दसना इस विचों किहड़ा जिहा नो मतलब जिहड़ा कि एग्रीगेट फंक्शन नहीं है, ठीक है। तो दसो इसका सही आंसर की होएगा। 65th का सही आंसर यस। तो सब जिहड़े ने की ने, एक मिनट, एग्रीगेट फंक्शन किहड़े हुंदे ने पहले आ दसो। एग्रीगेट जेकर तुसीं सुनिया है तो की हुंदा है एग्रीगेट फंक्शन जिहड़ा हुंदा है, एग्रीगेट DVMS में यूज़ किया जाता है। इन DVMS एग्रीगेट फंक्शन इज़ ए फंक्शन वेयर वैल्यू ऑफ मल्टीपल रो आर ग्रुप टू फॉर्म ए सिंगल समरी वैल्यू, ठीक है। जदों आपां मीन फंक्शन यूज़ करांगे, मल्टीपल रोज़ हुंदियां ने, ठीक है, मल्टीपल कॉलम्स हुंदे ने, एक टेबल जदों बनाते हैं, मीन वैल्यू कढ़नी मतलब मिनीमम वैल्यू कढ़नी, मैक्सीमम वैल्यू कढ़नी, एवरेज वैल्यू कढ़नी है, काउंट करना है, तो मतलब ये सब की ने एग्रीगेट फंक्शन नाम तो पता चले जो जुड़ के बने होंगे है ना। तो किसी मल्टीपल रोज़ से लगणगे, मतलब इन्हां 4 रोज़ विचों आपां कढ़नी है मीन वैल्यू, 4 कॉलमां विचों कढ़नी है, ठीक है, ठीक है। तो यदा जिहड़ा आंसर है जिहड़ा प्रोड्यूस करेगा समरी वैल्यू वो किहदे विच आएगी, ओनली सिंगल वैल्यू विच, ठीक है, सिंगल रो विच कह सकते हैं सिंगल वैल्यू आ सकती है, ठीक है। तो ये सब की ने मैक्सीमम मिनीमम एवरेज काउंट सब ने एग्रीगेट फंक्शन किस विच यूज़ होंदे ने, DVMS विच, जो आप टेबल क्रिएट करते हैं। नैक्सट क्वेश्चन है, फॉर ईच एट्रीब्यूट ऑफ ए रिलेशन देयर इज सैट ऑफ परमिटेड वैल्यू कॉल्ड डैश एट्रीब्यूट, ठीक है। तो जिहड़ा एट्रीब्यूट रिलेशन वैल्यू है इस विच जिहड़ा सैट ऑफ परमिटेड वैल्यू उसनूं आपां किहड़ी की कह दिंदे आ, उसनूं कह दिंदे आ डोमेन। देखो डोमेन का मतलब की है, जदों आपां की करते हैं DVMS विच आपां की करते हैं टेबल क्रिएट करते हैं, ठीक है। ए डोमेन इज़ ए डिफाइंड सैट ऑफ ग्रुप सैट ऑफ ऑल यूनीक वैल्यू परमिटेड फॉर दी एट्रीब्यूट। जिमें कि तुसीं कह सकते हो कि आपां जिमें डे ऑफ वीक, ठीक है, डे ऑफ वीक की हैगा है, डे ऑफ वीक मतलब संडे, मंडे, ट्यूसडे, वैडनसडे, थर्सडे, ठीक है, फ्राइडे, एक यूनीक वैल्यू ने सेम, ठीक है, एक डोमेन कह सकते हैं। फिर ईयर्स दे विच मंथ, ईयर ऑफ मंथ, ठीक है, कि जनवरी, फरवरी, मार्च, अप्रैल, मई, जून, जुलाई, अगस्त, ये सब की ने डोमेन वैल्यू आ गई, ठीक है, यूनीक आ गई वैल्यू, सैट ऑफ द वैल्यूज़ आ गई, परमिटेड वैल्यू जिहड़ियां कि एक यूनीक आ सकती है, इंटीजर होंदियां, एक वैलिड वैल्यू है ना। रिलेशन वर्ड किसनूं कह दिंदे आ, टेबल नूं। एट्रीब्यूट की डिस्क्राइब करता है, इंस्टांस ऑफ द रो, जिहड़ा आपां डाटाबेस बना रहे हैं उसके एट्रीब्यूट हो सकते, जिमें कि मैं तुहानूं पहले दस चुकी हाँ कि आपां जिवें टेबल बनाया है तो एक रिलेशन मतलब एक टेबल का नेम आ गया, रिलेशन आ गया, ठीक है। जिवें इसका लै लिया आपां इंपलॉय नाम का एक टेबल बनाया, एट्रीब्यूट इस विच की आ सकते हैं, एट्रीब्यूट हुंदे जिवें तुसीं देखिआ होएगा हैडिंग्स है ना, इंपलॉय की ID आ गई, कॉन्टैक्ट नंबर आ गया, नेम आ गया इंपलॉय का, उसकी डेजिनेशन आ गई, सैलरी आ गई, सब की आ गए एट्रीब्यूट्स आ गए, ठीक है। नैक्सट क्वेश्चन चलते हैं, द डैश ऑपरेशन परफॉर्म ए सैट ऑफ यूनियन ऑफ टू सिमिलर स्ट्रक्चर टेबल। हाँ जी, तो इसका सही आंसर की होएगा यूनियन, सही आंसर की होएगा यूनियन। आप यूनियन ऑपरेशन परफॉर्म करांगे किसी सैट ऑफ यूनियन टू सिमिलर स्ट्रक्चर नूं देख लिए ना। तो यूनियन की हुंदा है, यूनियन ऑपरेशन परफॉर्म ए सैट ऑफ यूनियन ऑफ सिमिलर स्ट्रक्चर टेबल, ठीक है। नैक्सट क्वेश्चन चलते हैं, डैश इज यूजली रिकॉर्डेड एंड प्लेड डिस्प्ले और असेस बाय इंफॉर्मेशन कंटेंट प्रोसेसिंग डिवाइस विच एज कंप्यूटराइज एंड इलैक्ट्रॉनिक्स डिवाइस बट कैन ऑल्सो भी पार्ट ऑफ लाइव परफॉर्मेंस। हाँ सही आंसर की होएगा इसका, देखो ध्यान नाल तुसीं देखिआ होएगा, अगर जदों आपां मतलब देखते हैं किस विच कोई वीडियो कॉन्फ्रेंसिंग देखते हैं जो लाइव परफॉर्मेंस दिखते हैं, ठीक है, एक मिनट
ਮਾਰਕਰ ਸਿਲੈਕਟ ਕਰਨੇ 'ਚ ਪ੍ਰੋਬਲਮ ਆ ਜਾਂਦੀ ਕਈ ਵਾਰ। ਹਾਂਜੀ ਦੇਖੋ ਇੱਕ ਇੱਦਾਂ ਦਾ ਮਤਲਬ ਤੁਸੀਂ 5 ਆਪਸ਼ਨ ਦਿੱਤੇ ਨੇ, 5 ਆਪਸ਼ਨ ਦਿੱਤੇ ਨੇ, 5 ਵਿੱਚੋਂ ਤੁਸੀਂ ਦੱਸਣਾ ਹੈ ਕਿ ਸਹੀ ਆਨਸਰ ਕੀ ਹੈ ਇਹਦਾ, ਕਿ ਇਸ ਵਿੱਚੋਂ ਆਪਾਂ ਕੀ ਚੂਜ਼ ਕਰੀਏ ਇਸ ਵਿੱਚ, ਕਿ ਇੱਕ ਇੱਦਾਂ ਦਾ ਰਿਕਾਰਡ ਜਾਂ ਕਿੱਦਾਂ ਦਾ ਪਲੇ ਕਰਦਾ ਜਿਹੜਾ ਡਿਸਪਲੇ ਕਰਦਾ ਸਾਨੂੰ ਜਿਹਦਾ ਆਪਾਂ ਇਨਫੋਰਮੇਸ਼ਨ ਇਸ ਪ੍ਰੋਸੈਸਿੰਗ ਇਨਫੋਰਮੇਸ਼ਨ ਉਸ 'ਤੇ ਡਿਸਪਲੇ ਹੋ ਰਹੀ ਹੁੰਦੀ ਹੈ। ਮਤਲਬ ਇੱਕ ਇਲੈਕਟ੍ਰੋਨਿਕ ਡਿਵਾਈਸ ਵੀ ਕਹਿ ਸਕਦੇ ਕੰਪਿਊਟਰਾਈਜ਼, ਬਟ ਕੈਨ ਆਲਸੋ ਵੀ ਪਾਰਟ ਆਫ ਦੀ ਲਾਈਵ ਪਰਫੋਰਮੈਂਸ। ਠੀਕ ਹੈ, ਐਕਚੁਅਲ ਵਿੱਚ ਨਹੀਂ ਹੁੰਦਾ ਲੇਕਿਨ ਉਹਦੀ ਲਾਈਵ ਪਰਫੋਰਮੈਂਸ ਹੁੰਦੀ ਹੈ। ਠੀਕ ਹੈ, ਤੇ ਉਸਨੂੰ ਆਪਾਂ ਕਹਿ ਦਿੰਦੇ ਹਾਂ ਮਲਟੀਮੀਡੀਆ। ਕੀ ਕਹਿ ਦਿੰਦੇ ਹਾਂ? ਸੀ ਆਪਸ਼ਨ ਇਜ਼ ਦੀ ਕਰੈਕਟ ਆਨਸਰ, ਮਲਟੀਮੀਡੀਆ। ਮਲਟੀਮੀਡੀਆ ਵਿੱਚ ਆਪਾਂ ਕੀ ਕੀ ਕਹਿ ਸਕਦੇ ਹਾਂ? ਇਮੇਜ ਆ ਸਕਦੀ ਹੈ, ਕੋਈ ਵੀਡੀਓ ਆ ਸਕਦੀ ਹੈ, ਦੈਨ ਕੋਈ ਸੌਂਗ ਆ ਸਕਦਾ, ਮਤਲਬ ਆਡੀਓ ਆ ਸਕਦੀ ਹੈ। ਠੀਕ ਹੈ, ਕੋਈ ਪਿਕਚਰ ਆ ਸਕਦੀ ਹੈ। ਮਲਟੀਮੀਡੀਆ ਇਜ਼ ਦਾ ਫੀਲਡ ਕੰਸਰਨ ਵਿਦ ਦੀ ਕੰਪਿਊਟਰ ਕੰਟਰੋਲ ਇੰਟੀਗ੍ਰੇਸ਼ਨ ਆਫ ਟੈਕਸਟ ਵੀ ਆ ਸਕਦਾ ਹੈ, ਗ੍ਰਾਫਿਕਸ ਵੀ ਆ ਸਕਦੇ, ਡਰਾਇੰਗ ਵੀ ਆ ਸਕਦੀ ਹੈ, ਮੂਵਿੰਗ ਇਮੇਜ ਵੀ ਆ ਸਕਦੀਆਂ ਨੇ, GIF ਕਹਿ ਸਕਦੇ ਹਾਂ, ਐਨੀਮੇਸ਼ਨ ਆ ਸਕਦਾ, ਆਡੀਓ ਵੀ ਆ ਸਕਦੀ, ਕਿਸੇ ਵੀ ਤਰ੍ਹਾਂ ਦਾ ਮਲਟੀਮੀਡੀਆ ਹੋ ਸਕਦਾ ਹੈ। ਠੀਕ ਹੈ, ਐਵਰੀ ਟਾਈਪ ਆਫ ਇਨਫੋਰਮੇਸ਼ਨ ਕੈਨ ਰਿਪਰਜੈਂਟ ਸਟੋਰ ट्रांसमिटेड एंड प्रोसैस डिजिटली। नैक्सट क्वेश्चन चलते हैं। द सॉफ्टवेयर दैट इज यूज टू क्रिएट टैक्सट बेस्ड डॉक्यूमेंट्स इज रैफर टू एज। हाँ जी, तो इसका सही आंसर की होएगा? जे किहड़ा सॉफ्टवेयर है जिस दे थ्रू आपां की करते हैं, यूज़ करते हैं, जिसनों आपां टैक्सट बेस्ड डॉक्यूमेंट नूं बनाउण लई, है ना। तो इसनों आपां कह दिंदे हैं जाए गाइस वर्ड प्रोसैसर, MS वर्ड। MS वर्ड विच आपां की करते हैं? टाइपिंग करते हैं ना। तो सही आंसर तुसीं हमेशा याद रखना है, MS वर्ड विच आपां स्प्रैडशीट, ठीक है, पावर पॉइंट भी काहदे लई प्रैजेंटेशन लई बनाते हैं, स्प्रैडशीट हुंदियां ने, MS एक्सल। ठीक है, नैक्सट क्वेश्चन चलते हैं। डैश इज ए सुपर सैट of keywords, symbols and system of the rules constructing the statements by which human can communicate the instruction to be executed by computers। 5 ऑप्शन दिते ने, सही आंसर देने की कोशिश करो। हाँ जी, मतलब एक इदां दा सुपर सैट ਜਾਂ कीवर्ड्स ਆਪਾਂ ਉਸਨੂੰ ਕਿਸ ਨੂੰ ਕਵਾਂਗੇ ਜਿਸ ਵਿੱਚ ਜਿਹੜੇ ਸਾਡੇ ਸਿਸਟਮ ਦੇ ਰੂਲਸ ਸਟੇਟਮੈਂਟ ਜਿਹੜੀ ਆਪਾਂ ਹਿਊਮਨ ਜਿਹੜੀਆਂ ਕਮਿਊਨੀਕੇਟ ਕਰਦੇ ਹਾਂ, ਆਪਾਂ ਕੁਛ ਬੋਲਦੇ ਹਾਂ, ਆਪਸ ਵਿੱਚ ਗੱਲਬਾਤ ਕਰਦੇ ਹਾਂ, ਉਸ ਦੀ ਇੰਸਟਰਕਸ਼ਨਸ ਨੂੰ ਕੀ ਕਰ ਦਿੰਦਾ? ਐਗਜ਼ੀਕਿਊਟ ਕਰਕੇ ਕਿਸ ਵਿੱਚ ਬਣਾ ਦਿੰਦਾ? ਕੰਪਿਊਟਰ ਦੀ ਅੰਡਰਸਟੈਂਡੇਬਲ ਲੈਂਗੁਏਜ ਵਿੱਚ। ਉਸਨੂੰ ਕਹਿ ਦਿੰਦੇ ਆ ਪ੍ਰੋਗਰਾਮਿੰਗ ਲੈਂਗੁਏਜ। B ਆਪਸ਼ਨ ਇਜ਼ ਦੀ ਕਰੈਕਟ ਆਨਸਰ। ਕੀ ਕਹਿ ਦਿੰਦੇ ਆ? ਪ੍ਰੋਗਰਾਮਿੰਗ ਲੈਂਗੁਏਜ। ਜਿਵੇਂ ਤੁਹਾਨੂੰ ਪਤਾ ਪ੍ਰੋਗਰਾਮਿੰਗ ਲੈਂਗੁਏਜ ਕਿਹੜੇ ਨੇ? C++, जावा। ठीक है, सब किहड़ियां ने? प्रोग्रामिंग लैंग्वेज। प्रोग्रामिंग लैंग्वेज फॉर्मल कंप्यूटर लैंग्वेज और कंस्ट्रक्ट लैंग्वेज डिजाइन टू कम्युनिकेट इंस्ट्रक्शन टू मशीन काहदे लई यूज़ कीतियां जांदियां ने? देखो साडा जिहड़ा कंप्यूटर है किहड़ी लैंग्वेज समझदा है? बाइनरी कोड, है ना। बाइनरी जिहड़ी कि 0 ਜਾਂ 1 ਦੀ फॉर्म ਵਿੱਚ ਹੁੰਦੀ है ना। ਆਪਾਂ जो बोलते हैं, ਆਪਾਂ बोलते हैं इंग्लिश। ਆਪਾਂ ਕਮਿਊਨੀਕੇਟ ਕਿਸ ਵਿੱਚ ਕਰਦੇ ਹਾਂ? ਇੰਗਲਿਸ਼ ਵਿੱਚ ਜਾਂ ਹਿੰਦੀ ਵਿੱਚ ਜਾਂ ਪੰਜਾਬੀ ਵਿੱਚ। ਇਸ ਲੈਂਗੁਏਜ ਸਾਡੀ ਜਿਹੜੀ ਹੈ ਕੰਪਿਊਟਰ ਨੂੰ ਬਿਲਕੁਲ ਸਮਝ ਨਹੀਂ ਆਉਂਦੀ। ਅਤੇ ਆਹ ਜਿਹੜੇ ਪ੍ਰੋਗਰਾਮਿੰਗ ਲੈਂਗੁਏਜ ਨੇ, ਜਿੰਨੇ ਵੀ ਸੋਫਟਵੇਅਰ ਬਣੇ ਨੇ, ਸਭ ਪ੍ਰੋਗਰਾਮਿੰਗ ਲੈਂਗੁਏਜ ਨੂੰ ਡਿਜ਼ਾਈਨ ਕੀਤੇ ਗਏ ਨੇ ਪ੍ਰੋਗਰਾਮਿੰਗ ਲੈਂਗੁਏਜ ਦੀ ਹੈਲਪ ਨਾਲ। ਠੀਕ ਹੈ, ਪ੍ਰੋਗਰਾਮਿੰਗ ਲੈਂਗੁਏਜ ਯੂਜ਼ ਟੂ ਕ੍ਰੀਏਟ ਪ੍ਰੋਗਰਾਮ ਟੂ ਕੰਟਰੋਲ ਬਿਹੇਵੀਅਰ ਆਫ ਦਾ ਮਸ਼ੀਨ ਐਕਸਪ੍ਰੈਸ ਦੇ ਐਲਗੋਰਿਦਮਸ। ਠੀਕ ਹੈ, ਜਿਹੜਾ ਪ੍ਰੋਗਰਾਮ ਕੀ ਹੁੰਦਾ? ਸੈੱਟ ਆਫ ਦੀ ਇੰਸਟਰਕਸ਼ਨਸ ਹੁੰਦਾ। ਜਿਵੇਂ ਤੁਹਾਨੂੰ ਮੈਂ ਕੱਲ੍ਹ ਦੱਸ ਚੁੱਕੀ ਸੀਗੀ, ਇੰਸਟਰਕਸ਼ਨ ਕੀ ਹੋ ਸਕਦੀਆਂ ਨੇ? ਛੋਟੀ ਛੋਟੀ ਇੰਸਟਰਕਸ਼ਨਸ ਹੋ ਸਕਦੀਆਂ ਜਿਵੇਂ ਕਲਿੱਪ, ਜਿਵੇਂ ਹੁੰਦਾ ਹੈ ਮਾਊਸ ਨਾਲ ਆਪਾਂ ਕੀ ਕਰਦੇ ਹਾਂ? ਕਲਿੱਕ ਕਰਦੇ ਹਾਂ, ਮਤਲਬ ਆਪਾਂ ਇੰਸਟਰਕਸ਼ਨ ਦੇ ਰਹੇ ਹਾਂ। ਕਿਸੇ ਓਪਨ ਕਰਨਾ ਹੁੰਦਾ, ਆਪਾਂ ਕੋਈ ਫੋਲਡਰ ਓਪਨ ਕਰਨਾ ਹੁੰਦਾ ਗ੍ਰਾਫਿਕਲੀ। ਠੀਕ ਹੈ, ਪਹਿਲੇ ਆਪਾਂ ਕੀ ਹੁੰਦਾ ਸੀ? ਡੋ ਯੂਜ਼ ਕਰਦੇ ਸੀਗੇ। ਡੋ ਵਿੱਚ ਕੀ ਹੁੰਦਾ? ਸਾਰਾ ਕਮਾਂਡ ਲਾਈਨ ਬੇਸ ਹੁੰਦਾ। ਹੁਣ ਆਪਾਂ ਯੂਜ਼ ਕਰਦੇ ਵਿੰਡੋ। ਵਿੰਡੋ ਵਿੱਚ ਕੀ ਹੁੰਦੇ? ਗ੍ਰਾਫਿਕਲ ਯੂਜ਼ਰ ਇੰਟਰਫੇਸ। ਠੀਕ ਹੈ, ਇਹ ਡਿਫਰੈਂਸ ਆ ਗਿਆ ਹੋਇਆ। ਹੁਣ ਜਿੰਨੇ ਵੀ ਸਾਡੇ ਮਤਲਬ ਲੈਂਗੁਏਜ ਹੁੰਦੀਆਂ ਨੇ, ਜਿਵੇਂ ਕਿ ਆਪਾਂ ਯੂਜ਼ ਕਰਦੇ ਹੈਗੇ ਹਾਂ ਜਾਵਾ ਦੇ ਪਤਾ ਤੁਹਾਨੂੰ? ਜਾਵਾ ਪ੍ਰੋਗਰਾਮਿੰਗ। ਠੀਕ ਹੈ, ਜਾਵਾ ਪ੍ਰੋਗਰਾਮਿੰਗ ਲੈਂਗੁਏਜ ਜਾਂ C++ ਸਭ ਕੀ ਨੇ? ਬੇਸਿਕ ਲੈਂਗੁਏਜ ਨੇ। ਆਪਾਂ ਜੋ ਲਿਖਦੇ ਹੁੰਦੇ ਤਾਂ ਇੰਗਲਿਸ਼ ਵਿੱਚ ਹੁੰਦੇ, ਲੇਕਿਨ ਇਹ ਕੰਪਿਊਟਰ ਜਿਹੜਾ ਹੁੰਦਾ ਇੱਕ ਐਲਗੋਰਿਦਮ ਸਮਝਦਾ ਹੈ, ਮਤਲਬ ਇੱਕ ਅਸੈਂਬਲੀ ਲੈਂਗੁਏਜ ਸਮਝਦਾ ਹੈ। ਜਾਂ ਲੈਂਗੁਏਜ ਕਿੰਨੀ ਤਰ੍ਹਾਂ ਦੀਆਂ ਹੁੰਦੀਆਂ ਨੇ ਪ੍ਰੋਗਰਾਮਿੰਗ ਦੀਆਂ? ਦੇਖੋ ਕੋਈ ਹਾਈ ਲੈਵਲ ਹੈ, ਕੋਈ ਮਿਡਲ ਲੈਵਲ ਹੈ, ਕੋਈ ਲੋ ਲੈਵਲ ਹੈ ਨਾ। ਅਤੇ ਸਭ ਅਲੱਗ-ਅਲੱਗ ਲੈਵਲ ਦੀਆਂ ਜਿਹੜੀਆਂ ਹੁੰਦੀਆਂ ਨੇ ਲੈਂਗੁਏਜ ਹੁੰਦੀਆਂ ਨੇ। ਠੀਕ ਹੈ, ਅਤੇ ਇੱਦਾਂ ਤੁਸੀਂ ਯਾਦ ਰੱਖਣਾ ਹਮੇਸ਼ਾ ਜਿਹੜਾ ਕੰਪਿਊਟਰ ਹੈ ਕੀ ਸਮਝਦਾ ਹੈ? 0 ਐਂਡ 1 ਦੀ ਫੋਰਮ ਬਾਈਨਰੀ ਕੋਡ ਨੂੰ ਸਮਝਦਾ ਹੈ। ਠੀਕ ਹੈ, ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਵੈਕਿਊਮ ਟਿਊਬ ਆਲਸੋ ਕਾਲਡ BT ਇਲੈਕਟ੍ਰੋਨ ਟਿਊਬ valve, ठीक है, is a device that sometimes used to amplify the electronic signals। vacuum tube were used in which generation of the computer। हाँ जी, ਤੁਸੀਂ ਦੱਸਣਾ ਹੈ ਕਿ ਜਿਹੜਾ ਵੈਕਿਊਮ ਟਿਊਬ ਹੈਗੇ ਡਿਵਾਈਸਿਸ ਨੇ, ਇਹਦੇ ਨਾਲ ਬਣੇ ਹੋਏ ਜਿਹੜੀ ਇਲੈਕਟ੍ਰੋਨਿਕ ਸਿਗਨਲਸ ਐਮਪਲੀਫਾਈ ਕਰਦਾ ਹੈ, ਉਹ ਕਿਹੜੀ ਜਨਰੇਸ਼ਨ ਵਿੱਚ ਯੂਜ਼ ਕੀਤੇ ਗਏ ਸੀਗੇ। ਠੀਕ ਹੈ,
ਕਿਹੜੀ ਜਨਰੇਸ਼ਨ ਵਿੱਚ ਕੰਪਿਊਟਰ ਦੀ ਕਿਹੜੀ ਜਨਰੇਸ਼ਨ ਵਿੱਚ ਯੂਜ਼ ਕੀਤੇ ਗਏ? ਤੁਹਾਨੂੰ ਪਤਾ ਜਨਰੇਸ਼ਨਸ ਕਾਫੀ ਜਨਰੇਸ਼ਨਸ ਆਈਆਂ। ਹੁਣ ਕਿਹੜੀ ਜਨਰੇਸ਼ਨ ਚੱਲ ਰਹੀ ਹੈ ਗਾਇਸ? ਕਮੈਂਟ ਕਰਕੇ ਦੱਸੋ। ਹਾਂਜੀ, ਤੇ ਜਿਹੜੇ ਵੈਕਿਊਮ ਟਿਊਬਸ ਨੇ ਫਸਟ ਜਨਰੇਸ਼ਨ ਵਿੱਚ ਯੂਜ਼ ਕੀਤੇ ਸੀਗੇ। ਕਦੋਂ? ਫਸਟ ਜਨਰੇਸ਼ਨ ਵਿੱਚ। ਦੇਖੋ ਫਸਟ ਜਨਰੇਸ਼ਨ ਵਿੱਚ ਯੂਜ਼ ਕੀਤੇ ਸੀਗੇ, ਠੀਕ ਹੈ। ਫਸਟ ਜਨਰੇਸ਼ਨ ਵਿੱਚ ਜਦੋਂ ਆਪਾਂ ਕੰਪਿਊਟਰ ਨੂੰ ਕੀ ਕੀਤਾ ਸੀਗਾ, ਵੈਕਿਊਮ ਟਿਊਬਸ ਯੂਜ਼ ਕੀਤੇ ਸੀਗੇ। ਥੀਸ ਵੈਕਿਊਮ ਟਿਊਬਸ ਆਰ ਯੂਜ਼ ਟੂ ਕੈਲਕੂਲੇਸ਼ਨ, ਕਾਹਦੇ ਲਈ ਯੂਜ਼ ਕੀਤੇ ਜਾਂਦੇ ਸੀਗੇ? ਕੈਲਕੂਲੇਸ਼ਨ ਐਜ਼ ਵੈਲ ਐਜ਼ ਸਟੋਰੇਜ ਐਂਡ ਕੰਟਰੋਲ। ਲੇਟਰ ਮੈਗਨੇਟਿਕ ਟੇਪਸ ਐਂਡ ਮੈਗਨੇਟਿਕ ਡਰਮਸ ਇੰਪਲੀਮੈਂਟ ਸਟੋਰੇਜ ਮੀਡੀਆ, ਠੀਕ ਹੈ। ਫਸਟ ਵੈਕਿਊਮ ਟਿਊਬ ਦਾ ਕੰਪਿਊਟਰ ਕਿਹੜਾ ਆਇਆ ਸੀਗਾ? ENIAC। ਕਿੱਥੇ ਡਿਵੈਲਪ ਕੀਤਾ ਗਿਆ ਸੀਗਾ? US ਆਰਮੀ ਆਰਡੀਨੈਂਸ ਐਂਡ ਦਾ ਕੈਲਕੂਲੇਟ ਕਾਹਦੇ ਲਈ ਕੀਤਾ? ਮਤਲਬ ਕੈਲਕੂਲੇਸ਼ਨ ਲਈ। ਬਹੁਤ ਹੀ ਵੱਡਾ ਮਤਲਬ ਇਹ ਟਿਊਬਸ ਸੀਗੀਆਂ। ਇਸ 17,000 ਵੈਕਿਊਮ ਟਿਊਬਸ ਸੀਗੀਆਂ। ਇਟ ਹੈਡ ਅਬਾਊਟ 17,000 ਵੈਕਿਊਮ ਟਿਊਬਸ, ਹੈ ਨਾ। ਅਤੇ ਮਤਲਬ ਵੈਕਿਊਮ ਟਿਊਬ ਵਿੱਚ ਫਸਟ ਜਨਰੇਸ਼ਨ ਵਿੱਚ ਆਈਆਂ ਵੈਕਿਊਮ ਟਿਊਬ। ਇੱਦਾਂ ਹੀ ਸਾਡੀ ਟੈਕਨੋਲੋਜੀ ਵੱਧਦੀ ਗਈ ਅੱਗੇ। ਫਿਰ ਆਏ ਟਰਾਂਜਿਸਟਰਸ, ਫਿਰ ਆਏ ਮਤਲਬ ਕੀ ਆਏ? ਪ੍ਰੋਸੈਸਰਸ, ਮਾਈਕਰੋ ਪ੍ਰੋਸੈਸਰਸ, ਹੈ ਨਾ। ਅਤੇ ਹੁਣ ਕੀ ਚੱਲ ਰਹੇ ਨੇ? ਦੇਖੋ ਪਹਿਲਾਂ ਕੰਪਿਊਟਰ ਦਾ ਸਾਈਜ਼ ਫਸਟ ਜਨਰੇਸ਼ਨ ਵਿੱਚ ਕਿੰਨਾ ਲਾਰਜ ਹੁੰਦਾ ਸੀਗਾ, ਅਤੇ ਪ੍ਰੋਸੈਸਿੰਗ ਜਿਹੜੀ ਸਪੀਡ ਹੁੰਦੀ ਸੀ ਬਹੁਤ ਹੀ ਸਲੋ ਹੁੰਦੀ ਸੀਗੀ, ਠੀਕ ਹੈ, ਉਸ ਟਾਈਮ 'ਤੇ। ਦੈਨ ਜਦੋਂ ਸੈਕਿੰਡ ਜਨਰੇਸ਼ਨ ਆਈ ਥੋੜ੍ਹੀ ਜਿਹੀ ਸਪੀਡ ਵੱਧ ਗਈ, ਥੋੜ੍ਹੀ ਸਪੀਡ ਕੀ ਹੋ ਗਈ? ਇਨਕਰੀਜ਼ ਹੋ ਗਈ, ਠੀਕ ਹੈ। ਦੈਨ ਉਸਦਾ ਜਿਹੜਾ ਸਾਈਜ਼ ਸੀਗਾ ਥੋੜ੍ਹਾ ਸਮੋਲ ਹੋ ਗਿਆ। ਸਾਈਜ਼ ਕੀ ਹੋ ਗਿਆ? ਥੋੜ੍ਹਾ ਸਮੋਲ ਹੋ ਗਿਆ, ਠੀਕ ਹੈ। ਇਨਕਰੀਜ਼ ਹੋ ਗਈ ਸਪੀਡ। ਦੈਨ ਤੀਜੀ ਜਦੋਂ ਆਈ ਜਨਰੇਸ਼ਨ ਥੋੜ੍ਹਾ ਹੋਰ ਸਮਾਲ ਹੋ ਗਿਆ ਸਾਈਜ਼, ਸਪੀਡ ਵੱਧਦੀ ਗਈ, ਸਮਾਲ ਸਾਈਜ਼ ਹੁੰਦਾ ਗਿਆ, ਠੀਕ ਹੈ। ਹੁਣ ਕੰਪਿਊਟਰ ਦੇਖੋ ਤੁਸੀਂ ਪੋਰਟੇਬਲ ਹੋ ਗਏ ਨੇ। ਆਪਾਂ ਕਿਤੇ ਵੀ ਲੈਪਟੋਪ ਟਾਈਪ ਆ ਗਏ ਨੇ, ਕਿਤੇ ਵੀ ਉਠਾ ਕੇ ਲੈ ਕੇ ਜਾ ਸਕਦੇ ਹਾਂ। ਪਹਿਲੇ ਸਟੇਬਲ ਹੁੰਦਾ ਸੀਗਾ, ਹੈ ਨਾ। ਅਤੇ ਹੁਣ ਫਾਸਟ ਪ੍ਰੋਸੈਸਿੰਗ ਹੈ, ਮੈਮਰੀ ਸਟੋਰੇਜ ਵੀ ਜ਼ਿਆਦਾ ਹੈ, ਠੀਕ ਹੈ। ਜਿਹੜੇ ਆਪਾਂ ਸਟੋਰ ਕਰਦੇ ਹਾਂ ਡਾਟਾ, ਉਸਦੀ ਸਟੋਰੇਜ ਵੀ ਸਾਨੂੰ ਜ਼ਿਆਦਾ ਮਿਲਦੀ ਹੈ। ਦੈਨ ਉਸਦੀ ਮਤਲਬ ਪ੍ਰੋਸੈਸਿੰਗ ਸਪੀਡ ਵੀ ਜ਼ਿਆਦਾ ਹੈ, ਅਤੇ ਔਰ ਐਕਸਪੈਂਸਿਵ ਵੀ ਹੈਗਾ ਹੈ। ਐਕਸਪੈਂਸਿਵ ਮਤਲਬ ਜ਼ਿਆਦਾ ਪ੍ਰਾਈਜ਼ ਦਾ, ਹੈ ਨਾ, ਠੀਕ ਹੈ। ਅਤੇ ਯਾਦ ਰੱਖਣਾ ਤੁਸੀਂ ਹਮੇਸ਼ਾ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। In computer programming, API is a set of subroutines, definitions, protocols and tools of building software and application. Which among the following is application programming interface for the programming language Java, which define how client may access the database, है ना। ਜਿਹੜੀ API है programming language ਦੀ set of routine, definition, protocols ਜਿਹੜੇ ਬਣਾਏ ਗਏ ਨੇ, ਇਹ ਜਿਹੜੇ programming applications interface ਹੈ ਕੀ ਅਸੈਸ ਕਰਦੇ ਹੈ, ਕੀ ਡਿਫਾਈਨ ਕਰਦੇ ਕਿ ਹਾਊ ਕਲਾइंट ਮੇ ਅਸੈਸ ਏ ਡਾਟਾਬੇਸ, ਹੈ ਨਾ। ਤੋ ਇਸ ਦਾ ਸਹੀ ਆਂਸਰ ਕੀ ਹੋਏਗਾ? ਇਸ ਦਾ ਸਹੀ ਆਂਸਰ ਦੇਖ ਲਓ। 5 ਆਪਸ਼ਨ ਦਿੱਤੇ ਨੇ ਗਾਈਸ, ਤੇ ਸਹੀ ਆਂਸਰ ਹੈ ਇਸ ਦਾ D, JDBC। JDBC ਕੀ ਹੈਗੀ ਹੈ ਦੇਖ ਲਓ। JDBC ਕੀ ਹੈ? ਇੱਕ ਜਾਵਾ ਡਾਟਾਬੇਸ ਕਨੈਕਟੀਵਿਟੀ ਹੈ। ਪਹਿਲੇ ਆਪਾਂ ODBC ਪੜ੍ਹਿਆ ਸੀਗਾ, ਠੀਕ ਹੈ, ਔਰੈਕਲ ਦਾ ਸੀਗਾ। ਦੈਨ ਹੁਣ ਆ ਗਈ ਹੈ JDBC। JDBC ਕੀ ਹੈਗੀ ਹੈ? ਇੱਕ ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ ਹੈ ਕਿਸ ਦਾ? ਜਾਵਾ ਦਾ, ਠੀਕ ਹੈ। ਪ੍ਰੋਗਰਾਮਿੰਗ ਲੈਂਗੁਏਜ ਵਿੱਚ ਡਿਫਾਈਨ ਕਲਾइंट ਮੇ ਅਸੈਸ ਦ ਡਾਟਾਬੇਸ। ਇਟ ਇਜ਼ ਅ ਪਾਰਟ ਆਫ ਦਾ ਜਾਵਾ ਸਟੈਂਡਰਡ ਐਡੀਸ਼ਨ। ਕਿਸ ਦਾ ਪਾਰਟ ਹੈਗਾ? ਜਾਵਾ ਸਟੈਂਡਰਡ ਐਡੀਸ਼ਨ ਦਾ, JSE ਦਾ, ਠੀਕ ਹੈ। ਫਰੋਮ ਕਿੱਥੋਂ ਲਿਆ ਗਿਆ? ਔਰੈਕਲ ਕਾਰਪੋਰੇਸ਼ਨ ਤੋਂ, ਇੰਨਾ ਯਾਦ ਰੱਖਣਾ ਹੈ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਦੀ ਸਬ 7 ਇਜ਼ ਐਗਜ਼ਾਮਪਲ ਆਫ। ਸਬ 7 ਐਗਜ਼ਾਮਪਲ ਕਿਸ ਦੀ ਹੈਗੀ ਹੈ? ਟਰੋਜਨ ਹਾਰਸ ਦੀ, ਠੀਕ ਹੈ। E ਆਪਸ਼ਨ ਇਜ਼ ਦੀ ਕਰੈਕਟ ਆਂਸਰ, ਟਰੋਜਨ ਹਾਰਸ। ਟਰੋਜਨ ਹਾਰਸ ਜੇਕਰ ਤੁਸੀਂ ਨਾਮ ਸੁਣਿਆ ਮੈਨੂੰ ਕਮੈਂਟ ਕਰਕੇ ਦੱਸੋ ਕੀ ਹੁੰਦਾ ਹੈ। ਹਾਂਜੀ, ਸਬ 7 ਇਜ਼ ਅ ਟਰੋਜਨ ਹਾਰਸ ਪ੍ਰੋਗਰਾਮ ਦੈਟ ਅਪੀਅਰਸ or pretend to the genuine application but actually causes damage to the executive file on the computer. Trojan horse ਇੱਕ ਤਰ੍ਹਾਂ ਦਾ ਕੀ ਹੁੰਦਾ ਹੈ? ਐਂਟੀਵਾਇਰਸ ਹੁੰਦਾ ਜਿਹੜਾ ਕਿ ਸਾਨੂੰ ਪ੍ਰਟੈਂਡ ਕਰਦਾ ਕਿਸੇ ਤੋਂ ਜੈਨੂਇਨ ਐਪਲੀਕੇਸ਼ਨ ਨੂੰ ਕਹਿ ਸਕਦੇ ਹਾਂ। ਇਹ ਕਿੱਥੋਂ? ਡੈਮੇਜ ਹੋਣ ਤੋਂ, ਜਿਹੜੇ ਐਗਜ਼ੀਕਿਊਟੇਬਲ ਸਾਡੀਆਂ ਫਾਈਲਸ ਹੁੰਦੀਆਂ ਨੇ ਕੰਪਿਊਟਰ ਨੂੰ ਉਸ ਨੂੰ ਬਚਾ ਕੇ ਰੱਖਦਾ, ਪ੍ਰਟੈਂਡ ਕਰਕੇ ਰੱਖਦਾ, ਹੈ ਨਾ। ਨੈਕਸਟ ਚੱਲਦੇ ਹਾਂ। Which among the following is the most suitable type of the network that phone lines would use? ਹਾਂਜੀ, ਇਸ ਦਾ ਸਹੀ ਆਂਸਰ ਕੀ ਹੋਏਗਾ? ਕਿਹੜਾ ਸਭ ਤੋਂ ਜ਼ਿਆਦਾ ਜਿਹੜਾ ਸੂਟੇਬਲ ਟਾਈਪ ਦਾ ਨੈਟਵਰਕ ਹੈ ਜਿਹਨੂੰ ਆਪਾਂ ਫੋਨ ਲਾਈਨ ਵਿੱਚ ਜ਼ਿਆਦਾ ਯੂਜ਼ ਕਰਦੇ ਹਾਂ, ਇਸ ਦਾ ਸਹੀ ਆਂਸਰ ਹੈ A ਆਪਸ਼ਨ, ਮੈਨ। ਜਿਵੇਂ ਤੁਹਾਨੂੰ ਮੈਂ ਦੱਸਿਆ ਨੈਟਵਰਕ ਕਿੰਨੇ ਤਰ੍ਹਾਂ ਦੇ ਹੁੰਦੇ ਨੇ। ਕੱਲ੍ਹ ਮੈਂ ਦੱਸਿਆ ਸੀਗਾ ਮੈਨ ਦੀ ਫੁੱਲ ਫੋਰਮ ਲਿਖੋ, ਮੈਨੂੰ ਜਲਦੀ ਤੋਂ ਜਲਦੀ ਲਿਖ ਕੇ ਦੱਸੋ। ਲੈਨ ਦੀ ਫੁੱਲ ਫੋਰਮ ਲਿਖ ਕੇ ਦੱਸੋ, ਬੈਨ ਦੀ ਪਲੱਸ ਆਪਣੀ WW ਦੀ, ਹੈ ਨਾ। ਇਹ ਸਭ ਕੀ ਨੇ? ਸਾਡੇ ਨੈਟਵਰਕਸ ਨੇ, ਠੀਕ ਹੈ। ਇਹ ਤਾਂ ਅਲੱਗ ਆ ਗਿਆ ਵਰਲਡ ਵਾਈਡ ਵੈਬ, 3 ਤਰ੍ਹਾਂ ਦੇ ਨੈਟਵਰਕਸ, ਠੀਕ ਹੈ। ਅਤੇ ਫਿਰ ਦੱਸੋ ਮੈਨੂੰ ਇਸ ਦੀ ਫੁੱਲ ਫੋਰਮ ਲਿਖ ਕੇ ਜਿਹੜਾ ਸਾਡਾ ਫੋਨ ਲਾਈਨ ਵਿੱਚ ਯੂਜ਼ ਹੁੰਦਾ ਹੈ। ਦੇਖੋ, ਵਾਈਡ ਏਰੀਆ ਨੈਟਵਰਕ,
ठीक है, बाकी तुसीं मैनूं कमेंट करके दसो। यूजली यूज द टैलीफोन लाइन रेफर टू कनैक्टिविटी एज बैन इज स्प्रैड की करता ओवर द लार्ज एरिया ऑफ वाइड का मतलब वाइड सब तो ज़्यादा है ना, ज़्यादा फैलिया होया, स्प्रैड होंदा है ना फैलिया होया। एंड ऑफर इंटरनेट रिलेटेड सर्विस एंड सच एज ब्राउजिंग ईमेल चैटिंग एक्सट्रा। ठीक है, नैक्सट क्वेश्चन एज दिस सैशन का लास्ट क्वेश्चन है वट डज जार स्टैंड फॉर। 5 ऑप्शन दिते हैं, सही आंसर देने की कोशिश करो। हाँ जी, तो यदा सही आंसर की है जावा आर्चीव। जावा आर्चीव, जार नूं आपां कह देंगे जावा आर्चीव। ये किदां दा सॉफ्टवेयर है, जावा आर्चीव इज पैकेज कह सकते हैं। ठीक है, फाइल फॉर्मेट का पैकेज है जिहड़ा जिस विच की हुंदे ने फंक्शन जावा दी क्लासिस दे फाइल दे जिहड़े फंक्शन हुंदे ने एग्रीगेट हुंदे ने। ठीक है, कुछ भी हो सकता है, इस विच टैक्सट हो सकती है, इमेज हो सकती है। ठीक है, एक फाइल एक लाइब्रेरी कह सकते हैं पूरी, कित्थे यूज़ की जाती है इहनूं जावा विच। ठीक है, तो जार तुसीं इदां याद रखना है। ठीक है गाइज, तो अज का जिहड़ा साडा सैशन है इत्थे ही कंप्लीट हुंदा है। हुण आपां मिलांगे नैक्सट वाली वीडियो विच। ठीक है, तुसीं मैनूं जल्दी जल्दी कमेंट करके दसो तुहानूं सैशन किवें दा लग्गा, ते शेयर करना ना भुल्लिओ गाइज। ज़्यादा तो ज़्यादा शेयर कर दो, कमेंट करके जरूर दसो कि तुहानूं जिहड़े आपां डेली सैशन लैके आ रहे हैं तुहानूं किवें दे लगदे पे है। प्लस अपना फ्रेंड्स तक के सैशन नूं पहुँचाओ, ज़्यादा तो ज़्यादा सैशन नूं अगे तो अगे फॉरवर्ड करो। ठीक है, शेयर करो। तो जिन्हें स्टूडेंटा ने लास्ट वाली वीडियोज़ नहीं देखियां प्लेलिस्ट पर जाके वीडियोज़ नूं देख सकते हैं। तो सब तो तुसीं स्टार्टिंग कित्थों करनी है, बेसिक तो स्टार्ट करना है। हमेशा जो कंप्यूटर पढ़ना स्टार्ट करना है तुसीं बेसिक तो स्टार्ट करना है। ठीक है, बेसिक तो लैके IT के जिहड़े कुछ क्वेश्चन होणगे वो नाल कोरसपोंडिंग तुसीं अपनी वीडियोज़ तो देखनियां ही ने। साडे मैथ के लैक्चर डेली चल रहे हैं, डेली सानूं कमेंट आ रहे हैं कि क्लासिस का टाइम दसो। तो गाइस जिहड़ा साडा क्लासिस का टाइम है 6 बजे साडा कंप्यूटर क्लास का लाइव क्लास है। दैन जिहड़ी मैथ की क्लास है 8 बजे डेली। ठीक है, ईवनिंग टाइम रहिंदियां दोनों क्लासां। एक पंजाब दी GK की जिहड़ी क्लास मैम लै रहे ने। ठीक है, तो वो मतलब देख लेना ईवनिंग ही है, वो भी उहदा टाइम देख लिओ की है। ठीक है, तो जल्दी तो जल्दी जिहड़ा सैशन है साडा शेयर कर दो। ठीक है, हुण मिलांगे आपां नैक्सट वाली वीडियो विच। थैंक यू गाइज़।